ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਹੈ ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ। ਮੈਂ ਹਾਂ ਤੁਹਾਡਾ ਨਾਲ ਕਵਿਤਾ ਸਿੰਘ ਤੇ ਅੱਜ ਦਾ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਖਾਸ ਤੇ ਕੁਝ ਅਲੱਗ ਹੋਣ ਵਾਲਾ ਹੈ ਜੀ। ਜਿੱਥੇ ਤਾਂ ਅਸੀਂ ਹਮੇਸ਼ਾ ਸਟੱਡੀ ਵੀਜ਼ਾ ਦੀ ਗੱਲ ਕਰਦੇ ਹਾਂ, ਯਾਨੀ ਕਿ ਵੀਜ਼ਾ ਅਸੀਂ ਕਿੱਦਾਂ ਲੈਣਾ ਇਹਦੀ ਗੱਲ ਕੀਤੀ ਹੈ, ਉੱਥੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੰਟਰਨੈਸ਼ਨਲ ਸਟੱਡੀ ਐਜੂਕੇਸ਼ਨ ਦੇ ਬਾਰੇ ਡਿਸਕਸ ਕਰਾਂਗੇ ਜੀ। ਤੇ ਇਸੇ ਕਰਕੇ ਅੱਜ ਸਾਡੇ ਜਿਹੜੇ ਐਕਸਪਰਟ ਹੈਗੇ ਨੇ ਉਹ ਇੰਟਰਨੈਸ਼ਨਲ ਐਜੂਕੇਸ਼ਨ ਐਕਸਪਰਟ ਹੀ ਹੈਗੇ ਨੇ। ਸਾਡੇ ਨਾਲ ਨੇ ਡਾਕਟਰ ਡੀਜੇ ਸਿੰਘ ਸਰ ਜੀ। ਸਭ ਤੋਂ ਪਹਿਲਾਂ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਜੀ, ਤੇ ਤੁਹਾਨੂੰ ਦੱਸ ਦਈਏ ਕ੍ਰਾਸਲੈਂਡ ਐਜੂਕੇਸ਼ਨ ਜੋ ਕਿ ਚੰਡੀਗੜ੍ਹ ਦੇ ਵਿੱਚ ਆਫਿਸ ਹੈਗਾ, ਇੱਕ ਕੈਰੀਅਰ ਕਾਉਂਸਲਿੰਗ ਕੰਪਨੀ ਹੈਗੀ ਹੈ ਤੇ ਡੇਰਾਬੱਸੀ ਦੇ ਵਿੱਚ ਵਿਦਿਆ ਜੋਤੀ ਕਰਕੇ ਕਾਲਜ ਹੈਗਾ। ਤੇ ਦੋਨਾਂ ਦੇ ਕੋਲੈਬੋਰੇਸ਼ਨ ਦੇ ਨਾਲ, ਯਾਨੀ ਕਿ ਦੋਨਾਂ ਦੀ ਮਦਦ ਦੇ ਨਾਲ ਜਿਹੜਾ ਸਾਡਾ ਹੁਣ ਵਿਦਿਆਰਥੀ ਹੈਗਾ ਜੀ ਉਹ ਇੱਕ ਇਦਾਂ ਦੀ ਐਜੂਕੇਸ਼ਨ ਲਏਗਾ ਕਿ 1 ਜਾਂ 2 ਸਾਲ ਦੀ ਜਿਹੜੀ ਤੁਹਾਡੀ ਪੜ੍ਹਾਈ ਹੈਗੀ ਹੈ ਉਹ ਹੁਣ ਤੁਸੀਂ ਇੱਥੇ ਰਹਿ ਕੇ ਕਰੋਗੇ ਜੀ, ਤੇ ਜਿਹੜਾ ਬਾਕੀ ਦਾ ਜਿਹੜਾ ਤੁਹਾਡਾ ਸਟੱਡੀ ਹੈਗੀ ਹੈ, ਬਾਕੀ ਦੀ ਜਿਹੜੀ ਪੜ੍ਹਾਈ ਤੁਹਾਡੀ ਹੈਗੀ ਉਹ ਤੁਸੀਂ ਵਿਦੇਸ਼ ਜਾ ਕੇ ਕੰਪਲੀਟ ਕਰ ਸਕਦੇ ਹੋ। ਜਿੱਦਾਂ ਕਿ ਅਸੀਂ ਹਮੇਸ਼ਾ ਡਿਸਕਸ ਕਰਦੇ ਹਾਂ ਵੀ ਪਾਥਵੇ ਪ੍ਰੋਗਰਾਮਸ ਕਿੰਨਾ ਵਾਸਤੇ ਹੁੰਦੇ ਨੇ, ਜਾਂ ਪਾਥਵੇ ਪ੍ਰੋਗਰਾਮਸ ਦਾ ਜਿਹੜਾ ਬੈਨੀਫਿਟ ਹੈਗਾ ਸਾਡੇ ਵਿਦਿਆਰਥੀਆਂ ਨੂੰ ਮਿਲਦਾ ਜਾਂ ਨਹੀਂ ਮਿਲਦਾ, ਟ੍ਰਾਂਸਫਰ ਪ੍ਰੋਗਰਾਮ ਜਿਹਨੂੰ ਕਹਿੰਦੇ ਹੈਗੇ। ਇਹ ਸਾਰੀਆਂ ਗੱਲਾਂ ਅੱਜ ਅਸੀਂ ਡਿਸਕਸ ਕਰਾਂਗੇ ਜੀ। ਤੇ ਸਾਡੀ ਮਦਦ ਕਰ ਰਹੇ ਨੇ ਡਾਕਟਰ ਡੀਜੇ ਸਿੰਘ। ਸੋ ਆਸਟ੍ਰੇਲੀਆ ਰੈਜ਼ੀਡੈਂਸ ਹੈਗੇ ਨੇ ਜੀ, 23 ਸਾਲ ਦਾ ਐਕਸਪੀਰੀਅੰਸ, ਜਿੱਥੇ ਤਾਂ 10,000 ਤੋਂ ਵੀ ਵੱਧ ਸਾਡੇ ਵਿਦਿਆਰਥੀਆਂ ਨੂੰ ਮਦਦ ਕੀਤੀ ਹੈ ਜੀ ਇਹਨਾਂ ਨੇ। ਉੱਥੇ ਆਮ ਸ਼ੋਰ ਵੀ ਜਿੰਨੇ ਵੀ ਸਾਡੇ ਵਿਦਿਆਰਥੀ ਜਾਂ ਦਰਸ਼ਕ ਇਸ ਵੇਲੇ ਟੀਵੀ ਦੇ ਅੱਗੇ ਬੈਠੇ ਨੇ, ਤੁਸੀਂ ਵੀ ਇਸ ਪ੍ਰੋਗਰਾਮ ਨੂੰ ਬਹੁਤ ਹੀ ਧਿਆਨ ਦੇ ਨਾਲ ਸੁਣਨਾ ਤੇ ਵੇਖਣਾ ਹੈਗਾ। ਕੋਈ ਵੀ ਸਵਾਲ ਹੋਏਗਾ, ਨੰਬਰ ਵੀ ਤੁਹਾਡੀ ਸਕਰੀਨ ਦੇ ਉੱਤੇ ਹੈਗੇ ਨੇ ਜੀ, ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਜ਼ਰੂਰ ਆਪਣਾ ਜਿਹੜਾ ਗੱਲਬਾਤ ਕਰ ਸਕਦੇ ਹੋ। ਸੋ ਪੀਅਰਸਨ BTEC ਜੋ ਕਿ UK ਦੀ ਇੱਕ ਬੈਸਟ ਜਿਹੜੀ ਕੰਪਨੀ ਹੈਗੀ ਹੈ, ਨੰਬਰ 1 ਕੰਪਨੀ, ਸਭ ਤੋਂ ਪਹਿਲਾਂ ਉਹਦੇ ਬਾਰੇ ਜਾਣ ਲੈਂਦੇ ਕਿਉਂਕਿ ਉਹਨਾਂ ਦੇ ਸਹਿਯੋਗ ਦੇ ਨਾਲ ਜਾਂ ਉਹਨਾਂ ਦੇ ਅੰਡਰ ਰਹਿ ਕੇ ਆਮ ਸ਼ੋਰ ਵੀ ਕੰਮ ਕੀਤਾ ਜਾ ਰਿਹਾ ਸਰ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਥੈਂਕ ਯੂ ਕਵਿਤਾ ਜੀ, ਤੁਸੀਂ ਮੈਨੂੰ ਅੱਜ ਇੱਥੇ ਇਨਵਾਈਟ ਕੀਤਾ ਜੀ। ਅਸੀਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕ੍ਰਾਸਲੈਂਡ ਐਜੂਕੇਸ਼ਨ ਜੋ ਕਿ ਕਾਫੀ ਸਾਲਾਂ ਤੋਂ ਸਟੂਡੈਂਟਸ ਨੂੰ ਇੰਟਰਨੈਸ਼ਨਲੀ ਐਂਡ ਕਰੀਅਰ ਪਲੇਸਮੈਂਟਸ ਦੇ ਵਿੱਚ ਵੀ ਹੈਲਪ ਕਰਦੇ ਹੈਗੇ ਆ। ਠੀਕ ਹੈ। ਸੋ ਵਿਦਿਆ ਜੋਤੀ ਸਾਡਾ ਬਹੁਤ ਇੱਕ ਰਿਨਿਊਡ ਅਦਾਰਾ ਹੈਗਾ ਚੰਡੀਗੜ੍ਹ ਅੰਬਾਲਾ ਹਾਈਵੇ ਦੇ ਉੱਤੇ ਜੀ, ਔਰ ਅਸੀਂ ਦੋਨੋਂ ਕੰਪਨੀਜ਼ ਨਾਲ ਮਿਕਸ ਕਰਕੇ ਇੱਕ ਵਰਲਡ ਦੀ ਸਭ ਤੋਂ ਵੱਡੀ ਕੰਪਨੀ ਜੋ ਅਸੀਂ ਜਾਣਦੇ ਹਾਂ ਪੀਅਰਸਨ ਇੰਟਰਨੈਸ਼ਨਲ, ਜੋ ਕਿ ਵਰਲਡ ਵਨ ਆਫ ਦੀ ਬਿਗੇਸਟ ਐਜੂਕੇਸ਼ਨਲ ਕੰਪਨੀ ਇਨ ਦੀ ਵਰਲਡ ਹੈ ਜੀ, ਉਹਨਾਂ ਦੀ ਕੋਲੈਬੋਰੇਸ਼ਨ ਦੇ ਨਾਲ ਅਸੀਂ ਕੁਝ ਪ੍ਰੋਗਰਾਮਸ ਲੈ ਕੇ ਆਏ ਹਾਂ। ਮੈਂ ਥੋੜਾ ਇੰਟਰੋਡਿਊਸ, ਜਿਵੇਂ ਤੁਸੀਂ ਪੁੱਛਿਆ ਪੀਅਰਸਨ ਬਾਰੇ, ਸੋ ਪੀਅਰਸਨ ਦੀ ਪਬਲਿਸ਼ਿੰਗ ਹਾਊਸਿਸ ਹੈ। ਬਚਪਨ ਤੋਂ ਅਗਰ ਕੋਈ PhD ਤੱਕ ਵੀ ਪੜ੍ਹਦੇ ਆ ਤਾਂ ਉਹਨਾਂ ਦੀ ਜ਼ਰੂਰ ਅਸੀਂ ਟੈਕਸਟ ਬੁੱਕਸ ਪੜ੍ਹੀਆਂ। ਪੀਅਰਸਨ ਦਾ ਇੱਕ ਬਹੁਤ ਵੱਡਾ ਪ੍ਰੋਡਕਟ ਹੈਗਾ ਪੀਅਰਸਨ ਟੈਸਟ ਆਫ ਇੰਗਲਿਸ਼, ਜੋ ਪੰਜਾਬ 'ਚ PTE ਦੇ ਨਾਮ ਤੋਂ ਮਸ਼ਹੂਰ ਹੈ। ਇਸੇ ਤਰੀਕੇ ਨਾਲ ਉਹਨਾਂ ਦੀ UK ਕੁਆਲੀਫਿਕੇਸ਼ਨਸ ਹੈਗੀਆਂ ਜਿਹਨੂੰ ਅਸੀਂ ਪੀਅਰਸਨ BTEC ਦੇ ਨਾਮ ਤੋਂ ਜਾਣਦੇ ਹਾਂ, ਵਿਚ ਇਜ਼ ਪੀਅਰਸਨ ਬਿਜ਼ਨਸ ਟੈਕਨੀਕਲ ਐਜੂਕੇਸ਼ਨ ਕਾਉਂਸਲ। UK ਐਜੂਕੇਸ਼ਨ ਦੇ ਵਿੱਚ ਬਹੁਤ ਹੀ ਹਾਈਲੀ ਰਿਕੋਗਨਾਈਜ਼ਡ ਕੁਆਲੀਫਿਕੇਸ਼ਨਸ ਹੈਗੀਆਂ। ਦੇਅਰ ਲੈਵਲ ਆਫ 4 and 5 ਜਿਹੜੇ ਉਹਨਾਂ ਦੇ ਹੈਗੇ ਫਸਟ ਈਅਰ ਔਰ ਸੈਕੰਡ ਈਅਰ ਆਫ ਯੂਨੀਵਰਸਿਟੀ ਦੇ ਬਰਾਬਰ ਕਾਊਂਟ ਹੁੰਦੇ ਆ। ਠੀਕ ਹੈ। ਸੋ ਉਹਦੇ ਕੁਆਲੀਫਿਕੇਸ਼ਨ ਜਿਹੜੀਆਂ ਹੈ ਉਹ ਆਫਕੋਲ ਜੋ ਕਿ UK ਦੀ ਸਭ ਤੋਂ ਵੱਡੀ ਗਵਰਨਮੈਂਟ ਬਾਡੀ ਹੈ, ਉਹਨਾਂ ਤੋਂ ਸਰਟੀਫਿਕੇਸ਼ਨ ਨਾਲ ਆਫਕੋਲ ਦੀ ਅਪਰੂਵਲ ਹੁੰਦੀ ਹੈ। ਸੋ ਪੀਅਰਸਨ BTEC ਪ੍ਰੋਗਰਾਮਸ ਕਰਕੇ ਸਟੂਡੈਂਟ ਜਿਹੜੇ ਹੈ ਉਹ ਫਸਟ ਈਅਰ ਸੈਕੰਡ ਈਅਰ ਵੋਕੇਸ਼ਨਲ ਐਜੂਕੇਸ਼ਨ ਲੈ ਕੇ ਵੇਰੀਅਸ ਸਟਰੀਮਸ ਹੈਗੀਆਂ ਜੀ, ਉਹ ਬਿਜ਼ਨਸ, ਹੌਸਪਿਟੈਲਿਟੀ, ਟਰੈਵਲ ਟੂਰਿਜ਼ਮ, ਆਪਾਂ ਗੱਲ ਕਰੀਏ ਉਸ ਤੋਂ ਇਲਾਵਾ ਹੈਲਥ ਕੇਅਰ, ਨਰਸਿੰਗ ਪ੍ਰੋਗਰਾਮਸ, ਡਿਜ਼ਾਈਨ ਪ੍ਰੋਗਰਾਮਸ, ਫੈਸ਼ਨ, ਗ੍ਰਾਫਿਕ। ਸੋ ਦੇਰ ਆਰ ਮੋਰ ਦੈਨ 100+ ਕੁਆਲੀਫਿਕੇਸ਼ਨ ਜੋ BTC ਦੇ ਥਰੂ ਆਉਂਦੀਆਂ ਹੈ। ਬਟ ਅਸੀਂ ਜੋ ਹੁਣ ਪੰਜਾਬ ਦੇ ਵਿੱਚ ਲੈ ਕੇ ਆਏ ਹਾਂ ਉਹਦੇ ਵਿੱਚ ਮੇਨਲੀ ਬਿਜ਼ਨਸ, ਜਿਹਦੇ ਵਿੱਚ ਅਕਾਊਂਟਿੰਗ ਐਂਡ ਐਡਮਿਨਿਸਟ੍ਰੇਸ਼ਨ ਬੋਥ, ਹੌਸਪਿਟੈਲਿਟੀ 'ਚ ਵੀ ਕੇਟਰਿੰਗ ਐਂਡ ਫੂਡ ਐਂਡ ਬੈਵਰੇਜ ਸਰਵਿਸ, ਆਰਟ ਐਂਡ ਡਿਜ਼ਾਈਨ ਦੇ ਅੰਦਰ ਅਸੀਂ ਫੈਸ਼ਨ ਡਿਜ਼ਾਈਨਿੰਗ ਐਂਡ ਗ੍ਰਾਫਿਕ ਡਿਜ਼ਾਈਨ ਦੇ ਪ੍ਰੋਗਰਾਮ ਲੈ ਕੇ ਆਏ ਹਾਂ। ਔਰ ਉਸ ਤੋਂ ਇਲਾਵਾ ਟਰੈਵਲ ਐਂਡ ਟੂਰਿਜ਼ਮ ਦੇ ਹੈਗੇ ਆ। ਅਰਲੀ ਚਾਈਲਡਹੁੱਡ ਐਜੂਕੇਸ਼ਨ ਪ੍ਰੋਗਰਾਮ ਆ ਰਿਹਾ ਹੈ ਨੈਕਸਟ ਕਪਲ ਆਫ ਮੰਥਸ ਦੇ ਵਿੱਚ। ਸੋ ਇਹ BTC ਕੁਆਲੀਫਿਕੇਸ਼ਨਸ ਜੋ ਬੱਚਾ ਇੱਥੇ ਪੜ੍ਹੇਗਾ, ਇੰਟਰਨੈਸ਼ਨਲ ਸਟੈਂਡਰਡ ਦੀ ਐਜੂਕੇਸ਼ਨ ਹੁਣ ਇੱਥੇ ਉਹਨਾਂ ਨੂੰ ਮਿਲੇਗੀ। ਔਰ ਇਹ ਐਜੂਕੇਸ਼ਨ ਲੈ ਕੇ ਬੱਚੇ ਆਪਣੇ ਡ੍ਰੀਮ ਡੈਸਟੀਨੇਸ਼ਨ 'ਚ, ਪਰਟੀਕੁਲਰਲੀ ਜਿਵੇਂ ਹੁਣ ਕੋਵਿਡ ਕਰਕੇ ਵੀ ਜਿਹੜੇ ਬੱਚੇ ਟਰੈਵਲ ਨਹੀਂ ਕਰ ਰਹੇ ਜਾਂ ਇੰਟਰਨੈਸ਼ਨਲ ਐਜੂਕੇਸ਼ਨ ਨੂੰ ਪੜ੍ਹਨਾ ਨਹੀਂ ਪਾ ਰਹੇ, ਉਹ ਇੱਥੇ ਇਹ ਫਸਟ ਈਅਰ ਕੰਪਲੀਟ ਕਰਕੇ ਆਪਣਾ ਸੈਕੰਡ ਈਅਰ ਜਾਂ ਥਰਡ ਈਅਰ 'ਚ ਉੱਥੇ ਇੰਟਰਨੈਸ਼ਨਲ ਕੰਟਰੀਜ਼ ਦੇ ਵਿੱਚ ਟਾਈ ਅਪ ਹੈਗੇ ਹੈ। ਯੂਨੀਵਰਸਿਟੀਜ਼ ਦੀ ਸਾਡੇ ਕੋਲ ਲਿਸਟ ਹੈਗੀ ਹੈ, ਮੋਰ ਦੈਨ 348 ਯੂਨੀਵਰਸਿਟੀਜ਼ ਹੈਗੀਆਂ ਜਿਨ੍ਹਾਂ ਦੇ ਅੰਦਰ ਆਪਣੀ ਤੁਸੀਂ ਟ੍ਰਾਂਸਫਰ ਲੈ ਸਕਦੇ ਹੋ ਜੀ। ਯਾਨੀ ਕਿ ਯੂਨੀਵਰਸਿਟੀ ਜਾਂ ਕਾਲਜਸ ਦੇ ਨਾਲ ਟਾਈ ਅਪਸ ਹੋ ਗਏ ਨਾ, ਬਿਲਕੁਲ, ਵੀ ਇੱਥੇ ਅਸੀਂ ਪੜ੍ਹਾਈ ਕਰਾ ਰਹੇ ਹਾਂ ਜੀ ਬੱਚੇ ਨੂੰ, ਉਸ ਤੋਂ ਬਾਅਦ ਜਿਹੜਾ ਫਰਦਰ ਉਹਦੀ 1 ਸਾਲ ਦੀ ਜਾਂ 2 ਸਾਲ ਦੀ ਪੜ੍ਹਾਈ ਰਹੇਗੀ, ਫਿਰ ਉਹ ਤੁਹਾਡੇ ਕਾਲਜ ਦੇ ਯੂਨੀਵਰਸਿਟੀ ਦੇ ਵਿੱਚ ਆ ਕੇ ਪੜ੍ਹਾਈ ਪੂਰੀ ਕਰੇਗਾ, ਉਹਨੂੰ ਦੁਬਾਰਾ ਤੋਂ ਐਡਮਿਸ਼ਨ ਲੈਣੀ ਪਏਗੀ? ਨਹੀਂ, ਫਸਟ ਈਅਰ ਤੋਂ ਇੱਥੇ ਹੀ ਪੜ੍ਹੇਗਾ ਜੀ। ਲੈਟ ਮੀ ਕਲੈਰੀਫਾਈ ਦਿਸ, ਫਸਟ ਈਅਰ ਉਹ ਆਪਣਾ ਚੰਡੀਗੜ੍ਹ ਸਾਡੇ ਕੈਂਪਸ ਪੜ੍ਹਨਗੇ ਬੱਚੇ। ਸੈਕੰਡ ਈਅਰ, ਥਰਡ ਈਅਰ ਜੇ ਬੱਚੇ ਜਿਸ ਤਰ੍ਹਾਂ ਕੈਨੇਡਾ ਡਿਪਲੋਮਾ ਲੈਣਾ ਚਾਹੁੰਦੇ ਹੈ
ਤਾਂ ਸੈਕੰਡ ਈਅਰ ਔਰ ਡਿਪਲੋਮਾ ਕੋਰਸ ਦੇ ਵਿੱਚ ਕੈਨੇਡੀਅਨ ਕਾਲਜ ਦੇ ਵਿੱਚ ਟ੍ਰਾਂਸਫਰ ਹੋ ਜਾਏਗੀ ਉਹਨਾਂ ਦੀ। ਠੀਕ ਹੈ, ਕਿਉਂਕਿ ਡਿਪਲੋਮਾ ਜਿਹਦਾ 2 ਸਾਲ ਦਾ 2 ਸਾਲ ਦਾ ਹੋ ਜਾਏਗਾ। ਸੋ 1+1 ਹੋ ਜਾਏਗਾ। 2 ਸਾਲ ਦਾ ਉਹ ਆਪਣਾ ਡਿਪਲੋਮਾ ਕੰਪਲੀਟ ਕਰਦੇ ਹੈ ਔਰ ਫਿਰ ਉਹ ਆਪਣਾ ਪੋਸਟ ਸਟੱਡੀ ਵਰਕ ਲੈ ਸਕਦੇ ਹੈ। ਸਿਮਿਲਰਲੀ ਅਗਰ ਬੱਚੇ ਯੂਕੇ ਜਾਣਾ ਚਾਹੁੰਦੇ ਹੈ ਤਾਂ ਉਹਨਾਂ ਦਾ ਉੱਥੇ ਡਿਗਰੀ ਪ੍ਰੋਗਰਾਮ 3 ਇਅਰਸ ਦਾ ਹੈ ਫੋਰ ਐਗਜ਼ਾਮਪਲ, ਤਾਂ ਉਹ 1 ਸਾਲ ਇੱਥੇ ਕਰ ਸਕਦੇ ਹੈ ਜਾਂ 2 ਸਾਲ ਵੀ ਕਰ ਸਕਦੇ ਹੈ, ਬਟ 3rd ਈਅਰ ਕੰਪਲੀਟ ਉਹ ਆਪਣਾ ਯੂਕੇ ਜਾ ਕੇ ਹੀ ਕਰਨਗੇ। ਜੀ। ਸੋ ਮੇਰੇ ਖਿਆਲ 'ਚ ਕਾਫੀ ਵਧੀਆ ਇੱਕ ਓਪਰਚੁਨਿਟੀ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਵਿਦਿਆਰਥੀਆਂ ਦੇ ਵਾਸਤੇ ਸਰ। ਹਾਂਜੀ, ਇਟਸ ਵਨ ਆਫ ਦੀ ਯੂਨੀਕ ਓਪਰਚੁਨਿਟੀਜ਼। ਕਾਫੀ ਮਿਹਨਤ ਸਾਡੇ ਸਾਡੀ ਮੈਨੇਜਮੈਂਟ ਔਰ ਟੀਮ ਫੈਕਲਟੀਜ਼ ਨੇ ਕੀਤੀ ਹੈ ਇਸ ਪ੍ਰੋਗਰਾਮ ਨੂੰ ਇੰਡੀਆ 'ਚ ਲਿਆਉਣ ਵਾਸਤੇ। ਔਰ ਇਸ ਦੇ ਨਾਲ ਜੀ ਹੋਰ ਸਾਰੇ ਐਡਵਾਂਟੇਜਸ ਹੈਗੇ ਅਪਾਰਟ ਫਰਮ ਦੀ ਕ੍ਰੈਡਿਟ ਟ੍ਰਾਂਸਫਰ। ਤਾਂ ਮੈਂ ਪ੍ਰੋਸੈਸ ਤੁਹਾਡੇ ਨਾਲ ਡਿਸਕਸ ਕੀਤਾ ਸੀਗਾ। ਸੋ ਜਿਹੜੇ ਅਦਰ ਬੈਨੀਫਿਟਸ ਇਸ ਪ੍ਰੋਗਰਾਮ ਦੇ ਹੈਗੇ ਕਿ ਜਿਵੇਂ ਅਸੀਂ ਇੰਨੇ ਸਾਲ ਦੀ ਐਜੂਕੇਸ਼ਨ ਐਕਸਪੀਰੀਅੰਸ ਤੋਂ ਅਸੀਂ ਦੇਖਿਆ ਹੈ ਕਿ ਬੱਚੇ ਸਾਡੇ ਜਦੋਂ ਵੀ ਨਵੇਂ ਕੰਟਰੀ ਜਾਂਦੇ ਆ ਬਹੁਤ ਪ੍ਰੈਸ਼ਰ ਫੀਲ ਕਰਦੇ ਆ। ਉਹਨਾਂ ਨੂੰ ਉੱਥੇ ਇੱਕ ਇੰਟਰਨੈਸ਼ਨਲ ਸਟੈਂਡਰਡ ਆਫ ਟੀਚਿੰਗ ਡਿਫਰੈਂਟ ਹੈ। ਉਹਨਾਂ ਨੂੰ ਜਾ ਕੇ ਉੱਥੇ ਨਾਲ ਫਾਈਨੈਂਸ਼ੀਅਲੀ ਆਪਣੇ 20 ਆਵਰਸ ਜਿਹੜੇ ਪਾਰਟ ਟਾਈਮ ਵਰਕ ਉਹਨਾਂ ਦਾ ਹੁੰਦਾ ਹੈ, ਉਹਦੇ ਵਾਸਤੇ ਜੌਬ ਲੈਣੀ ਲੱਭਣੀ ਔਰ ਕੰਮ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ। ਸੋ ਉਸ ਤੋਂ ਇਲਾਵਾ ਹੋਮ ਸਿਕਨੈਸ ਵੀ ਹੁੰਦੀ ਹੈ, ਨਵਾਂ ਕਲਚਰ, ਨਵੀਂ ਇਨਵਾਇਰਨਮੈਂਟ। ਸੋ ਇਹਨਾਂ ਸਾਰੀਆਂ ਪ੍ਰੋਬਲਮਸ ਨੂੰ ਦੇਖਦੇ ਹੋਏ ਪ੍ਰੋਗਰਾਮ ਦੇ ਵਿੱਚ ਜਿਹੜੇ ਬੈਨੀਫਿਟਸ ਅਸੀਂ ਨਾਲ ਲੈ ਕੇ ਆਏ ਹਾਂ, ਪਹਿਲੀ ਗੱਲ ਕਿ ਉਹ ਇੱਥੇ ਹੀ ਫਸਟ ਈਅਰ ਜਦੋਂ ਪੜ੍ਹਦੇ ਹੈ ਤਾਂ ਇੰਟਰਨੈਸ਼ਨਲ ਐਜੂਕੇਸ਼ਨ ਸਿਸਟਮ ਨਾਲ ਪੜ੍ਹਦੇ ਹੈ। ਸੋ ਅਸਾਈਨਮੈਂਟ ਬੇਸਡ ਜਿਵੇਂ ਅਸੀਂ ਲਰਨਿੰਗ ਕਾਫੀ ਜੋ ਲੋਕ ਬੱਚਿਆਂ ਨੂੰ ਪਤਾ ਵੀ ਹੈ, ਤਾਂ ਅਸਾਈਨਮੈਂਟ ਬੇਸਡ ਲਰਨਿੰਗ ਜਿਹੜਾ ਇੰਟਰਨੈਸ਼ਨਲ ਕਨਸੈਪਟ ਹੈ ਉਹ ਇੱਥੇ ਡਿਲੀਵਰ ਹੋ ਜਾਏਗਾ। ਸੋ ਉਹਨਾਂ ਨੂੰ ਆਪਣੀ ਬੇਸ ਉਹਨਾਂ ਦਾ ਬੜਾ ਸਟਰੋਂਗ ਬਣ ਜਾਏਗਾ। ਟੀਚਰ ਮਲਟੀ ਲੈਂਗੁਏਜ ਹੈਗੇ ਹੈ। ਸੋ ਇਟਸ ਨਾਟ ਕਿ ਤੁਸੀਂ ਵਾਈਟ ਫੈਕਲਟੀ ਕੋਲ ਪੜ੍ਹਨਾ ਹੈ, ਤੁਹਾਨੂੰ ਉਹਨਾਂ ਦੀ ਵੀ ਕਮਿਊਨੀਕੇਸ਼ਨ 'ਚ ਵੀ ਪ੍ਰੋਬਲਮ ਆਉਂਦੀ ਹੈ। ਸੋ ਸਾਡੇ ਲੋਕਲ ਟੀਚਰਸ ਉਹਨਾਂ ਦੀ ਹੈਲਪ ਕਰ ਸਕਦੇ ਹੈ। ਪ੍ਰੈਕਟੀਕਲਸ ਦੇ ਉੱਤੇ ਬਹੁਤ ਫੋਕਸ ਹੈ। ਸੋ ਜਿਹੜੇ ਪ੍ਰੋਗਰਾਮਸ ਹੈ ਇਹ ਤੁਹਾਨੂੰ 40% ਥਿਊਰੀ ਹੈ ਔਰ 60% ਇਹਨਾਂ ਦੇ ਵਿੱਚ ਪ੍ਰੈਕਟੀਕਲਸ ਹੈ। ਸੋ ਜਦੋਂ ਬੱਚੇ ਸੈਕੰਡ ਟਾਈਮ ਈਅਰ ਦੇ ਵਿੱਚ ਜਦੋਂ ਆਪਣੇ ਯੂਕੇ ਜਾਂ ਕੈਨੇਡਾ ਜਿਹੜੇ ਵੀ ਡ੍ਰੀਮ ਡੈਸਟੀਨੇਸ਼ਨ 'ਤੇ ਜਾਂਦੇ ਹੈ, ਉੱਥੇ ਜਾ ਕੇ ਉਹਨਾਂ ਨੂੰ ਕੰਮ ਆਉਂਦਾ ਹੁੰਦਾ ਬਾਈ ਦਾ ਟਾਈਮ। ਸੋ ਉਹਨਾਂ ਨੂੰ ਅਸੀਂ ਇੱਥੇ 2 ਮਹੀਨੇ ਦੀਆਂ ਪ੍ਰੈਕਟੀਕਲ ਇੰਡਸਟਰੀ ਟ੍ਰੇਨਿੰਗਸ ਵੀ ਕਰਾਵਾਂਗੇ। ਸਾਡੀ ਲੈਬਸ ਅਵੇਲੇਬਲ ਹੈਗੀਆਂ, ਉਹਨਾਂ 'ਚ ਵੀ ਪ੍ਰੈਕਟੀਕਲ ਟ੍ਰੇਨਿੰਗ ਕਰਾਵਾਂਗੇ। ਤਾਂ ਜਦੋਂ ਸੈਕੰਡ ਈਅਰ ਉੱਥੇ ਪਹੁੰਚਦੇ ਹੈ ਤਾਂ ਉਹਨਾਂ ਨੂੰ ਪਾਰਟ ਟਾਈਮ ਵਰਕ ਲੈਣਾ ਬੜਾ ਈਜ਼ੀ ਹੋ ਜਾਂਦਾ ਔਰ ਵੇਜ ਰੇਟ ਵੀ ਅੱਛਾ ਮਿਲਦਾ ਹੈ। ਸੋ ਪ੍ਰੈਫਰੈਂਸ ਵੀ ਮਿਲਦੀ ਹੈ, ਵੇਜ ਰੇਟ ਵੀ ਅੱਛਾ ਮਿਲਦਾ ਹੈ ਔਰ ਫਸਟ ਚੋਇਸ ਵੀ ਉਹਨਾਂ ਦੀ ਹੁੰਦੀ ਹੈ। ਸੋ ਇਸ ਤੋਂ ਇਲਾਵਾ ਫਾਈਨੈਂਸ਼ੀਅਲ ਸੇਵਿੰਗਸ ਬਹੁਤ ਹੈ ਜੀ, ਟਾਈਮ ਸੇਵਿੰਗ ਹੈਗੀ ਹੈ। ਸੋ ਫਾਈਨੈਂਸ਼ੀਅਲ ਸੇਵਿੰਗ ਹੈ, ਜਿਵੇਂ ਆਪਾਂ ਸਭ ਨੂੰ ਪਤਾ ਹੈ ਕਿ ਕੈਨੇਡਾ ਗੱਲ ਕਰੀਏ ਜਾਂ ਯੂਕੇ ਗੱਲ ਕਰੀਏ, 7 ਤੋਂ 10 ਲੱਖ ਰੁਪਏ ਦੀ ਉੱਥੋਂ ਦੀ ਫੀਸ ਹੈਗੀ ਹੈ ਪਰ ਈਅਰ ਦੀ। ਉਹ ਬੱਚੇ ਇੱਥੇ ਆਲਮੋਸਟ 3.5 ਲੱਖ ਦੇ ਵਿੱਚ ਪੜ੍ਹਦੇ ਆ। 3-3.5 ਲੱਖ ਦੀ ਕਾਸਟ ਹੈ, ਤਾਂ ਤਕਰੀਬਨ 6 ਤੋਂ 7 ਲੱਖ ਰੁਪਏ 1 ਸਾਲ ਔਰ 2 ਸਾਲ ਵੀ ਅਗਰ ਪੜ੍ਹ ਲੈਂਦੇ ਤਾਂ 10-15 ਲੱਖ ਦੀ ਸੇਵਿੰਗ ਹੈਗੀ, ਬਿਲਕੁਲ ਸੇਵਿੰਗ ਹੈਗੀ ਹੈ ਜੀ। ਕਈ ਬੱਚਿਆਂ ਨੂੰ ਡਾਊਟ ਹੁੰਦਾ ਸੀ ਇੰਟਰਨੈਸ਼ਨਲ ਜਾ ਕੇ ਪੜ੍ਹ ਪਾਵਾਂਗੇ ਨਹੀਂ ਪੜ੍ਹ ਪਾਵਾਂਗੇ, ਉਹ ਇੱਥੇ ਜੁਆਇਨ ਕਰਨ ਨਾਲ ਉਹਨਾਂ ਦਾ ਬੇਸ ਬਣ ਜਾਂਦਾ ਹੈ। ਟਾਈਮ ਬਚਦਾ ਹੈ ਕਿਉਂਕਿ ਜਿਹੜਾ ਆਪਾਂ ਹੁਣ ਜੂਨ ਜੁਲਾਈ 'ਚ ਆਪਣੇ ਰਿਜ਼ਲਟ ਆ ਚੁੱਕੇ ਆ, ਹੁਣ ਆਪਾਂ ਜਨਵਰੀ ਜਾਂ ਅਗਲੇ ਸਾਲ ਮਈ ਦੇ ਵਿੱਚ ਜਾਂਦੇ ਹਾਂ, ਅਸੀਂ 1 ਸਾਲ ਖਰਾਬ ਕਰਦੇ ਹਾਂ ਵਾਈਲ ਪ੍ਰੀਪੇਅਰਿੰਗ ਫॉर ਆਈਲੈਟਸ, ਪੀਟੀ ਜਾਂ ਆਪਣੇ ਫਾਈਨੈਂਸ਼ੀਅਲਸ ਵਾਸਤੇ ਜਾਂ ਐਡਮਿਸ਼ਨਸ ਲੈਟਰਸ ਵਾਸਤੇ ਜਾਂ ਇਨਟੇਕ ਦੀ ਪ੍ਰੋਬਲਮਸ ਆ ਰਹੀਆਂ ਹੈਗੀਆਂ, ਉਹ ਸਾਰੀਆਂ ਪ੍ਰੋਬਲਮਸ ਰਿਮੂਵ ਹੋ ਜਾਂਦੀਆਂ। ਯੂ ਕੈਨ ਇਮੀਡੀਏਟਲੀ ਜੁਆਇਨ। ਸਾਡੇ ਬੈਚਸ ਨੈਕਸਟ ਮੰਥ ਤੋਂ ਸਟਾਰਟ ਹੋ ਰਹੇ ਹੈ। ਸੋ ਜਿਹੜੇ ਬੱਚੇ ਹੁਣ ਜੁਆਇਨ ਹੋਣਗੇ ਉਹ ਅਗਲੇ ਸਾਲ ਸਪਟੰਬਰ ਜਾਂ ਅਕਤੂਬਰ ਇਨਟੇਕ ਦੇ ਵਿੱਚ ਆਪਣੀ ਟ੍ਰਾਂਸਫਰ ਲੈ ਕੇ ਉਸ ਕੰਟਰੀ ਸੈਕੰਡ ਈਅਰ ਜੁਆਇਨ ਕਰ ਜਾਣਗੇ। ਨਹੀਂ ਸਰ, ਫਿਰ ਹੁਣ ਜਿਹੜੇ 12ਵੀਂ ਪਾਸ ਜਿਨ੍ਹਾਂ ਨੇ ਹੁਣ ਰੀਸੈਂਟਲੀ ਪਾਸ ਆਊਟ ਹੈਗੇ ਨੇ 12, ਉਹਨਾਂ ਵਾਸਤੇ ਇਹ ਓਪਰਚੁਨਿਟੀ ਹੈ? ਬਿਲਕੁਲ ਉਹਨਾਂ ਲਈ ਵੀ ਹੈ ਜੀ। ਔਰ ਇਸ ਦੇ ਵਿੱਚ ਇੱਕ ਹੋਰ ਵੀ ਬੈਨੀਫਿਟ ਹੈਗਾ ਕਿ ਜਿਹੜੇ ਬੱਚਿਆਂ ਦੀ ਗੈਪ ਹੈਗੇ ਹੈ, ਪਿਛਲੇ 2 ਸਾਲ ਪਹਿਲੇ ਜਾਂ 3 ਸਾਲ ਪਹਿਲੇ ਵੀ ਪੜ੍ਹਾਈ ਛੱਡ ਚੁੱਕੇ ਆ, ਹੁਣ ਗੈਪ ਕਰਕੇ ਪਰੇਸ਼ਾਨ ਹੈ, ਆਪਣੀ ਕੰਟੀਨਿਊਇੰਗ ਸਟੂਡੈਂਟ ਦੀ ਆਪਣੀ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਹੈ ਉਹ ਪੂਰੀ ਨਹੀਂ ਕਰ ਪਾ ਰਹੇ ਹਨ, ਉਹ ਵੀ ਇਸ ਪ੍ਰੋਗਰਾਮ ਨੂੰ ਜੁਆਇਨ ਕਰ ਸਕਦੇ ਹੈ। ਗੈਪ ਸਟੂਡੈਂਟ ਜੁਆਇਨ ਕਰਦੇ ਆ ਤਾਂ ਉਹਨਾਂ ਦਾ ਹੁਣ ਉਹ ਕੰਟੀਨਿਊਇੰਗ ਸਟੂਡੈਂਟ ਬਣ ਜਾਂਦੇ ਹੈ। ਯਾਨੀ ਹੁਣ ਐਡਮਿਸ਼ਨ ਲੈਣਗੇ ਨਾ ਕੋਰਸ ਦੇ ਵਿੱਚ, ਐਡਮਿਸ਼ਨ ਲੈ ਸਕਦੇ ਨੇ। ਬਿਲਕੁਲ ਲੈ ਸਕਦੇ ਜੀ, ਗੈਪ ਸਟੂਡੈਂਟਸ ਕੋਈ ਰਿਕੁਆਇਰਮੈਂਟ ਵੀ ਹੈ ਉਹਨਾਂ ਦੇ ਵਾਸਤੇ? ਹੁਣ ਐਡਮਿਸ਼ਨ ਕੌਣ ਲਾਏਗਾ? ਸਟੂਡੈਂਟਸ ਦੀ, ਕਿਉਂਕਿ ਅਸੀਂ ਇੰਟਰਨੈਸ਼ਨਲ ਸਟੈਂਡਰਡਸ ਨੂੰ ਫੋਲੋ ਕਰਨਾ ਹੈ ਔਰ ਇੰਟਰਨੈਸ਼ਨਲ ਸਟੈਂਡਰਡਸ ਦੇ ਉੱਤੇ ਹੀ ਬੱਚਿਆਂ ਨੂੰ ਪੜ੍ਹਾਉਣਾ ਹੈ। ਸੋ ਸਾਡੇ ਇੱਥੇ ਸਟੈਂਡਰਡ ਉਸ ਹਿਸਾਬ ਨਾਲ ਐਲੀਜੀਬਿਲਿਟੀ ਨੋਰਮਸ ਵੀ ਸੈੱਟ ਹੋਏ ਹੈ। ਸੋ ਮਿਨੀਮਮ 45% ਮਾਰਕਸ ਬੱਚਿਆਂ ਨੂੰ ਚਾਹੀਦੇ ਹੈ ਸਾਡੇ ਇੱਥੇ ਵੀ ਐਡਮਿਸ਼ਨ ਲੈਣ ਲਈ। ਔਰ ਉਹਨਾਂ ਦੀ ਜਿਹੜੀ ਇਕੁਅਲੈਂਸੀ ਆਫ ਇੰਗਲਿਸ਼ ਹੈ ਉਹ 5 ਬੈਂਡਸ ਦੇ ਬਰਾਬਰ ਉਹਨਾਂ ਦੀ ਇੰਗਲਿਸ਼ ਵੀ ਹੋਣੀ ਚਾਹੀਦੀ ਹੈ। ਸੋ ਇਹਦੇ ਵਿੱਚ ਇਹ ਵੀ ਕਹਿ ਸਕਦੇ ਹਾਂ ਆਪਾਂ ਇੱਕ ਤਰੀਕੇ ਨਾਲ ਕਿ ਜੇ ਹੁਣ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਇਮੀਡੀਏਟਲੀ ਤੁਸੀਂ ਵਿਦ 5 ਬੈਂਡਸ ਦੇ ਇਕੁਅਲੈਂਸੀ 'ਤੇ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਪ੍ਰੋਗਰਾਮ। ਔਰ ਬਾਏ ਦਾ ਟਾਈਮ ਜਦੋਂ ਤੁਸੀਂ ਸੈਕੰਡ ਈਅਰ ਉੱਥੇ ਜਾਣਾ ਹੈ, ਨਾਲ ਤੁਸੀਂ ਆਪਣਾ ਆਈਲੈਟਸ ਵੀ ਅਪਗ੍ਰੇਡ ਕਰ ਸਕਦੇ ਹੋ, ਬੈਟਰ ਕਰ ਸਕਦੇ ਹੋ। ਔਰ ਸੈਕੰਡ ਈਅਰ ਜਾਣ ਤੋਂ ਪਹਿਲੇ ਵੀਜ਼ਾ ਫਾਈਲਿੰਗ ਤੋਂ ਵੇਲੇ ਤੁਸੀਂ ਜਿਹੜਾ ਹੈ ਆਈਲੈਟਸ ਆਪਣਾ 6 ਬੈਂਡ ਕਰਕੇ ਤੇ ਤੁਸੀਂ ਕੈਨੇਡੀਅਨ ਕਾਲਜ ਵੀ ਜੁਆਇਨ ਕਰ ਸਕਦੇ ਹੋ। ਕੁਝ ਕੰਟਰੀਜ਼ ਦੇ ਵਿੱਚ ਵੇਵਰ ਵੀ ਮਿਲਦਾ ਹੈ ਜੀ ਇਹਦੇ ਨਾਲ, ਲਾਈਕ ਵਾਂਸ ਯੂ ਕੰਪਲੀਟ ਦਿਸ ਐਜੂਕੇਸ਼ਨ ਤੁਹਾਨੂੰ ਯੂਕੇ
ਵਾਸਤੇ ਕੋਈ ਪੀਟੀ ਜਾਂ ਆਈਲੈਟਸ ਕਰਨ ਦੀ ਲੋੜ ਨਹੀਂ ਹੈ। ਅੱਛਾ। ਹਾਂ, ਜਿਸ ਤਰ੍ਹਾਂ ਹੁਣ ਆਪਾਂ ਸਾਰੇ ਜਾਣਦੇ ਹਾਂ ਕਿ ਅਕਤੂਬਰ ਦੇ ਵਿੱਚ ਨਵੀਂ ਪਾਲਿਸੀ ਵੀ ਆ ਰਹੀ ਹੈ ਯੂਕੇ ਜਿਹਦੇ ਚ ਆਈਲੈਟਸ ਪੀਟੀ ਮੈਂਡੇਟਰੀ ਹੋ ਰਿਹਾ। ਸੋ ਬਟ ਇਫ ਯੂ ਜੁਆਇਨ ਦਿਸ ਪ੍ਰੋਗਰਾਮ ਤਾਂ ਤੁਹਾਨੂੰ ਯੂ ਵਿਲ ਨਾਟ ਨੀਡ ਦੈਟ ਫॉर द ਸੈਕੰਡ ਈਅਰ ਐਡਮਿਸ਼ਨ। ਜੀ। ਸੋ ਡੇਰਾਬੱਸੀ ਦੇ ਵਿੱਚ ਜਿੱਦਾਂ ਇਹਨਾਂ ਨੇ ਕਿਹਾ ਸੀ ਵਿਦਿਆ ਜੋਤੀ ਕਾਲਜ, ਯਾਨੀ ਕਿ ਉਹਦੇ ਵਿੱਚ ਐਡਮਿਸ਼ਨ ਲੈਣੀ ਹੋਏਗੀ, ਬਟ ਉਸ ਤੋਂ ਪਹਿਲਾਂ ਯਾਨੀ ਕਿ ਇੱਕ ਵਾਰੀ ਆਫਿਸ ਜ਼ਰੂਰ ਵਿਜ਼ਿਟ ਕਰਨਾ ਪਏਗਾ, ਜਿਹੜਾ ਕ੍ਰਾਸਲੈਂਡ ਐਜੂਕੇਸ਼ਨ ਤੁਸੀਂ ਕਹਿ ਰਹੇ ਹੋ। ਹਾਂਜੀ, ਸੈਕਟਰ 17 ਸਾਡਾ ਆਫਿਸ ਹੈ ਜੀ, ਉੱਥੇ ਆਓ ਪਲੀਜ਼, ਵੀ ਵੈਲਕਮ ਯੂ, ਇਨਵਾਈਟ ਯੂ, ਐਂਡ ਉੱਥੇ ਸਾਡੇ ਕਾਉਂਸਲਰਸ ਐਕਸਪਰਟਸ ਗਾਈਡੈਂਸ ਦੇਣ ਲਈ ਅਵੇਲੇਬਲ ਹੈਗੇ ਆ। ਸੋ ਅਸੀਂ ਤੁਹਾਡੀ ਪ੍ਰੋਫਾਈਲਿੰਗ ਕਰਕੇ ਤੁਹਾਨੂੰ ਰਾਈਟ ਕੋਰਸ, ਰਾਈਟ ਕੰਟਰੀ, ਔਰ ਜਾਂ ਤੁਹਾਡੀ ਕੋਈ ਚੋਇਸ ਹੈਗੀ ਆ ਉਹਦੇ ਬੇਸਿਸ ਤੇ ਤੁਹਾਡੇ ਕੀ ਐਲੀਜੀਬਿਲਿਟੀ ਨੋਰਮਸ ਚਾਹੀਦੇ ਹੈ, ਵੀ ਵਿਲ ਗਾਈਡ ਯੂ ਪ੍ਰੋਪਰਲੀ ਐਂਡ ਦੈਨ ਯੂ ਕੈਨ ਫੋਲੋ। ਤੁਸੀਂ ਆਪਣਾ ਡ੍ਰੀਮ ਰਸਤਾ ਜਿਹੜਾ ਹੈ, ਆਪਣਾ ਟਾਰਗੇਟ ਹੈ, ਉਹ ਅਚੀਵ ਕਰ ਸਕਦੇ ਜੀ। ਯਾਨੀ ਕਿ ਸਾਰੀਆਂ ਕੰਟਰੀਜ਼ ਦੀ ਆਪਸ਼ਨ ਸਟੂਡੈਂਟਸ ਨੂੰ ਮਿਲ ਰਹੀ ਹੈਗੀ। ਇਟਸ ਨਾਟ ਵੀ ਪਾਰਟਿਕੂਲਰ ਅਸੀਂ ਸਿਰਫ ਯੂਕੇ ਹੀ ਬੱਚਿਆਂ ਨੂੰ ਭੇਜਾਂਗੇ ਜਾਂ ਜਿਨ੍ਹਾਂ ਨੇ ਕੈਨੇਡਾ ਜਾਣਾ ਸਿਰਫ ਉਹੀ ਸਾਡੇ ਕੋਲ ਆਉਣ। ਨਹੀਂ ਜੀ, ਨਹੀਂ, ਬਿਲਕੁਲ। ਵੀ ਹੈਵ ਦਿਸ ਪੀਅਰਸਨ BTC ਇਜ਼ ਰੈਕਗਨਾਈਜ਼ਡ ਬਾਈ 21 ਕੰਟਰੀਜ਼। ਜਾਂ ਫਿਰ ਸਰ ਸਵਾਲ ਹੈ ਨਾ ਵੀ ਜਿਹੜਾ ਕੋਰਸ ਤੁਸੀਂ ਲੈ ਕੇ ਦੇ ਰਹੇ ਹੋ ਜਾਂ ਜਿਸ ਵੀ ਕੋਰਸ ਦੇ ਵਿੱਚ ਬੱਚੇ ਨੂੰ ਐਡਮਿਸ਼ਨ ਲੈ ਕੇ ਦੇ ਰਹੇ ਹੋ, ਕਿ ਉਹ ਸਾਰੀਆਂ ਕੰਟਰੀਜ਼ ਦੇ ਵਾਸਤੇ ਵੈਲਿਡ ਹੋਏਗਾ? ਬਿਲਕੁਲ ਜੀ। ਜੇ ਕੋਈ ਸਟੂਡੈਂਟ ਸਾਡੇ ਕੋਲ ਬਿਜ਼ਨਸ ਦਾ ਪ੍ਰੋਗਰਾਮ ਜੁਆਇਨ ਕਰਦੇ ਹੈ ਤਾਂ ਬਿਜ਼ਨਸ ਦੇ ਜੋ ਸਬਜੈਕਟਸ ਹੈ, ਜੋ ਕ੍ਰੈਡਿਟਸ ਹੈ, ਦੇ ਆਰ ਰੈਕਗਨਾਈਜ਼ਡ ਬਾਈ वर्ल्ड क्लास यूनिवर्सिटीज़ अक्रॉस द ग्लोब। सो अच्छी यूनिवर्सिटीज़ जिमें बच्चे चाहते कि असी टॉप लाइन मैसी यूनिवर्सिटी या टोरंटो यूनिवर्सिटी भी जाना चाहते हैं, 80-85% मार्क्स भी उन्होंने हैगे है, बट वो यूनिवर्सिटीज़ डायरैक्ट एक्सैप्ट नहीं करदियाँ। ठीक है। उन्होंने हाई क्वालिटी स्टूडेंट्स वास्ते भी ये बहुत अच्छी प्रोविजन है दैट ईवन दे कैन गो फॉर द मोस्ट टॉप ऑफ द लाइन आईवी लीग यूनिवर्सिटीज़ भी आप एडमिशन लै सकते हैं जी। यानी कि 1 साल ਜਾਂ 2 ਸਾਲ ਦੀ ਜਿਹੜੀ ਪੜ੍ਹਾਈ ਹੈ ਤੁਸੀਂ ਉਹ ਇੱਥੇ ਇੰਡੀਆ ਦੇ ਵਿੱਚ ਜੀ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਕਰ ਸਕਦੇ ਹੋ, ਤੇ ਜਿਹੜਾ ਬਾਕੀ ਦੀ ਥੋੜੀ ਪੜ੍ਹਾਈ ਰਹਿ ਗਈ ਜੀ ਜਿਹਨੂੰ ਅਸੀਂ ਹੁਣ ਪਾਥਵੇ ਪ੍ਰੋਗਰਾਮ ਜਿਹੜਾ ਹੈਗਾ ਐਕਚੁਅਲ ਦੇ ਵਿੱਚ ਇਸ ਚੀਜ਼ ਨੂੰ ਮੇਰੇ ਖਿਆਲ ਦੇ ਵਿੱਚ ਕਹਿੰਦੇ ਨੇ ਸਰ ਹਾਂਜੀ। ਇਨ ਫੈਕਟ ਦਿਸ ਇਜ਼ ਦੀ ਵਰਲਡਸ ਬਿਗੇਸਟ ਐਂਡ ਮੋਸਟ ਰਿਨਾਊਂਡ ਪਾਥਵੇ ਪ੍ਰੋਗਰਾਮਸ। ਪਹਿਲੇ ਤਾਂ ਲੋਕਾਂ ਨੇ ਐਵੇਂ ਕ੍ਰੈਡਿਟ ਨੂੰ ਮਤਲਬ ਲੋਕਲ ਯੂਨੀਵਰਸਿਟੀ ਨੂੰ ਦੂਜੀ ਯੂਨੀਵਰਸਿਟੀ ਐਕਸੈਪਟ ਕਰੇਗੀ ਨਹੀਂ ਕਰੇਗੀ, ਬਟ ਦਿਸ ਇਜ਼ ਅ ਆਥੈਂਟਿਕ ਬਿਗੇਸਟ ਰੈਕਗਨਾਈਜ਼ਡ qualification network, duly approved by government of UK with Ofcom approvals and Pearson BTC। ਜਿਹੜੇ ਵੀ ਅਗਰ ਕਿਸੇ ਬੱਚੇ ਨੇ ਜਾਂ ਕਿਸੇ ਵੀ ਫੈਮਿਲੀ ਐਕਸਪਰਟ ਨੇ ਵੀ UK ਐਜੂਕੇਸ਼ਨ ਲਿੱਤੀ ਹੈ, ਉਹਨੂੰ ਦੱਸਣ ਦੀ ਲੋੜ ਨਹੀਂ ਹੈ ਕਿ Pearson BTC ਕੀ ਹੈ, ਹਾਇਰ ਨੈਸ਼ਨਲ ਸਰਟੀਫਿਕੇਟ ਜਾਂ ਹਾਇਰ ਨੈਸ਼ਨਲ ਡਿਪਲੋਮਾ ਦੀ ਕੀ ਰੈਕਗਨੀਸ਼ਨ ਹੈ। ਇਟ ਇਜ਼ ਵਰਲਡ ਰਿਨਿਊਡ ਐਂਡ no doubt about that and very highly qualitative qualifications। ਜੀ। ਸੋ ਨਾਰਥ ਰੀਜਨ ਦਾ ਇਹ ਪਹਿਲਾ ਹੈਗਾ ਸੈਂਟਰ ਜਿਹੜਾ ਕਿ ਬਿਲਕੁਲ ਨਾਰਥ ਰੀਜਨ ਦਾ ਪਹਿਲਾ ਸੈਂਟਰ ਹੈ ਜੀ। ਸੋ ਐਂਡ देयर वर अर्लीयर ऑप्शंस लाइक दिस, बट वो इस तरीके ਦੀਆਂ ਰਿਕਗਨਾਈਜ਼ਡ ਫਲੈਕਸੀਬਲ ਸਿਸਟਮ ਨਹੀਂ ਸੀਗਾ। ਸੋ ਜੋ ਇਹ ਫਲੈਕਸੀਬਲ ਸਿਸਟਮ ਅਸੀਂ ਲੈ ਕੇ ਆਏ ਹਾਂ, ਇਟ ਇਜ਼ ਵਨ ਆਫ ਦੀ ਯੂਨੀਕ ਪ੍ਰੋਗਰਾਮਸ ਜੀ। ਸੋ ਜਿੱਥੇ ਦਾ ਅਸੀਂ ਟੀਚਰਸ ਦੀ ਗੱਲ ਕੀਤੀ ਸੀ, ਉੱਥੇ ਅਗਰ ਸਟੂਡੈਂਟਸ ਹੁਣ ਦੇਖੋ ਦੂਰੋਂ ਚੱਲ ਕੇ ਵੀ ਅਗਰ ਆਉਂਦੇ ਨੇ ਤਾਂ ਥੋੜਾ ਉਹਨਾਂ ਦੇ ਵਾਸਤੇ ਰਹਿਣ ਸਹਿਣ ਕਿਤੇ ਨਾ ਕਿਤੇ ਔਖਾ ਹੈਗਾ। ऑल दी फैसिलिटीज़ आर अवेलेबल जी। ਸਾਡੇ ਕੋਲ ਹੋਸਟਲਸ ਹੈਗੇ ਆ। ਹਾਂਜੀ, ਬਿਲਕੁਲ ਹੋਸਟਲਸ ਦੇ ਵੀ ਹੈਗੇ ਆ ਬੱਚਿਆਂ ਦੇ ਲਈ, ਪੂਰਾ ਅਸੀਂ ਟੇਕ ਕੇਅਰ ਕਰ ਰਹੇ ਹਾਂ। ਮੈਂ ਜਿਵੇਂ ਤੁਹਾਡੇ ਨਾਲ ਪੁਆਇੰਟ ਪਹਿਲੇ ਡਿਸਕਸ ਕੀਤਾ ਸੀਗਾ ਕਿ ਬੱਚੇ ਦੂਸਰੇ ਕੰਟਰੀ ਜਾਂਦੇ ਆ, ਹੋਮ ਸਿਕ ਫੀਲ ਕਰਦੇ ਆ। ਸੋ ਉਹ ਬੀਇੰਗ ਇਨ ਫਰਮ ਪੰਜਾਬ ਜਾਂ ਆਪਣੇ ਨਾਰਥ ਦੇ ਕਿਸੇ ਵੀ ਪਾਰਟ ਤੋਂ ਬੱਚਾ ਆਉਂਦਾ ਹੈ, ਉਹ ਆ ਕੇ ਇੱਥੇ ਸਾਡੇ ਕੋਲ ਚੰਡੀਗੜ੍ਹ ਰਹਿੰਦਾ ਹੈ, ਤਾਂ ਵੀ ਹੈਵ ਕੰਪਲੀਟ ਸੁਪਰਵਿਜ਼ਨ। ਉਹਦੇ ਬੱਚਿਆਂ ਨੂੰ ਉੱਥੇ ਮਾਹੌਲ ਮਿਲ ਜਾਂਦਾ ਹੈ ਇਕੱਠੇ ਰਹਿਣ ਦਾ, ਉਹਨਾਂ ਦਾ ਸੋਸ਼ਲ ਸਰਕਲ ਬਣ ਜਾਂਦਾ ਹੈ, ਫਰੈਂਡ ਸਰਕਲ ਬਣ ਜਾਂਦਾ ਹੈ, ਜਿਹਦੇ ਨਾਲ ਜਦੋਂ ਵੀ ਉਹ ਦੂਸਰੇ ਕੰਟਰੀ 'ਚ ਜਾਂਦੇ ਹੈ ਦੇ ਗੋ ਇਨ ਅ ਗਰੁੱਪ। ਸੋ ਦੈਟ ਇਜ਼ ਆਲਸੋ ਅ ਵੈਰੀ ਗੁੱਡ ਐਡਵਾਂਟੇਜ। ਦ ਸਟੂਡੈਂਟ ਡੋਂਟ ਫੀਲ ਲੋਨਲੀ। ਉਹਨੂੰ ਪਤਾ ਹੁੰਦਾ ਕੌਣ ਮੇਰਾ ਦੋਸਤ ਹੈ, ਕੌਣ ਮੇਰੇ ਨਾਲ ਜਿਹਦੇ ਨਾਲ ਮੇਰੀ ਨਹੀਂ ਬਣਦੀ, ਤਾਂ ਬਟ ਉਹਨਾਂ ਦਾ ਆਪਣਾ ਇੱਕ ਚੰਗਾ ਸੋਸ਼ਲ ਸਰਕਲ ਬਣ ਕੇ ਬੱਚੇ ਅੱਗੇ ਡਿਵੈਲਪ ਕਰਕੇ ਆਰਾਮ ਨਾਲ ਦੂਜੀ ਕੰਟਰੀ ਸੈਟਲ ਬਟ ਜਿਹੜਾ ਫੋਕਸ ਹੈ ਉਹ ਰਹੇਗਾ ਐਜੂਕੇਸ਼ਨ ਦੇ ਉੱਤੇ। ਯਾਨੀ ਕਿ ਹੁਣ ਅਸੀਂ ਉੱਥੋਂ ਦੀ ਐਜੂਕੇਸ਼ਨ ਦੀ ਹਮੇਸ਼ਾ ਗੱਲ ਕਰਦੇ ਹਾਂ, ਬਟ ਇਹ ਨਹੀਂ ਪਤਾ ਵੀ ਉੱਥੋਂ ਦੀ ਐਜੂਕੇਸ਼ਨ ਤੇ ਇੱਥੋਂ ਦੀ ਐਜੂਕੇਸ਼ਨ ਦੇ ਵਿੱਚ ਫਰਕ ਬਹੁਤ ਜ਼ਿਆਦਾ ਹੈਗਾ। ਟੋਟਲੀ ਡਿਫਰੈਂਟ ਸਿਸਟਮ ਹੈ ਐਜੂਕੇਸ਼ਨ ਦਾ, ਇੰਟਰਨੈਸ਼ਨਲ ਐਜੂਕੇਸ਼ਨ ਦਾ। ਸਾਡੇ ਇੱਥੇ ਯੂਜਲੀ ਕੁਐਸਚਨ ਬੈਂਕ ਜਾਂ ਉਹ ਮੋਸਟਲੀ ਸਕੂਲ ਐਜੂਕੇਸ਼ਨ ਨੂੰ ਹੀ ਥੋੜੀ ਜਿਹੀ ਹਾਇਰ ਕੁਆਲਿਟੀ ਇੰਪਰੂਵ ਕੀਤੀ ਗਈ ਹੈ ਯੂਨੀਵਰਸਿਟੀਜ਼, ਬਟ ਉਹਨਾਂ ਦਾ ਜਿਹੜਾ ਸੈਲਫ ਥਿੰਕਿੰਗ ਦਾ ਮਾਡਲ ਹੈ ਹਾਇਰ ਐਜੂਕੇਸ਼ਨ ਦਾ, ਇੰਟਰਨੈਸ਼ਨਲ ਐਜੂਕੇਸ਼ਨ ਦਾ, ਉਹ ਹੁਣ ਸਾਡੇ ਬੱਚਿਆਂ ਨੂੰ ਉਸੇ ਪੈਟਰਨ ਤੇ ਹੀ ਪੜ੍ਹਾਇਆ ਜਾਏਗਾ। ਆਲ ਦੀ ਸਿਲੇਬਸ, ਮਟੀਰੀਅਲਸ, ਐਵਰੀਥਿੰਗ ਇਜ਼ ਬਾਈ ਦੀ ਪੀਅਰਸਨ BTC। ਸਾਡੇ ਫੈਕਲਟੀ ਦੀ ਬਹੁਤ ਅਗਰੈਸਿਵ ਨਾਲ ਟ੍ਰੇਨਿੰਗ ਹੋਈ ਹੈ, ਉਹਨਾਂ ਦਾ ਪ੍ਰੋਪਰ ਸਰਟੀਫਿਕੇਸ਼ਨ ਪ੍ਰੋਗਰਾਮ ਹੋਇਆ ਹੈ, ਐਂਡ ਆਲ ਥੀਸ ਟੀਚਰਸ ਹੂ ਆਰ ਕੰਡਕਟਿੰਗ ਦਿਸ ਪ੍ਰੋਗਰਾਮ, ਉਹਨਾਂ ਨੂੰ ਪੂਰਿਆਂ ਨੂੰ CPD ਪ੍ਰੋਗਰਾਮ ਦੇ ਅੰਡਰ ਸਰਟੀਫਿਕੇਸ਼ਨ ਪੀਅਰਸਨ BTC ਨੇ ਕੀਤੀ ਹੈ, ਵਿਚ ਇਜ਼ ਅ ਪਾਰਟ ਆਫ ਦੀ ਐਫੀਲੀਏਸ਼ਨ ਪ੍ਰੋਸੈਸ। ਜੇ ਉਹ ਸਟੈਂਡਰਡ ਨਹੀਂ ਮੇਨਟੇਨ ਕਰਾਂਗੇ ਇੱਥੇ ਤਾਂ ਉਹ ਕੁਆਲਿਟੀ ਡਿਲੀਵਰ ਨਹੀਂ ਕਰ ਸਕਦੇ, ਔਰ ਉਹ ਫਿਰ ਚੀਜ਼ਾਂ ਅਫੈਕਟ ਕਰਦੀਆਂ ਸਾਰੀ ਚੀਜ਼ ਤੇ। ਜੀ, ਬਟ ਸਰ ਹੁਣ ਇਹ ਨਾ ਵੀ ਸਟੂਡੈਂਟ ਨੇ ਚਲੋ ਐਡਮਿਸ਼ਨ ਲੈ ਲਈ ਜੀ, ਪੜ੍ਹਾਈ ਕਰ ਰਿਹਾ ਹੈਗਾ, ਉਹਦੇ ਵਾਸਤੇ ਕਲੀਅਰ ਕਰਨਾ 1 ਸਾਲ ਜਾਂ 2 ਸਾਲ ਇਜ਼ ਇਟ ਈਜ਼ੀ ਹੈ?
ਕਰ ਲੈਂਦਾ ਸਟੱਡੀ ਮੈਂ ਕੰਪਲੀਟ? ਹਾਂਜੀ, ਇਟਸ ਨਾਟ ਵੈਰੀ, ਤੁਸੀਂ ਇੱਕ ਸਿਸਟਮ ਨੂੰ ਜਦੋਂ ਅਡਾਪਟ ਕਰਨਾ ਸ਼ੁਰੂ ਕਰਦੇ ਆ, ਆਪਾਂ ਜਦੋਂ ਸਿਸਟਮ ਦੀ ਪ੍ਰੈਕਟਿਸ ਕਰਦੇ ਆ, ਉਸ ਸਿਸਟਮ 'ਚ ਇਨਵੋਲਵ ਹੋਣਾ ਸ਼ੁਰੂ ਕਰਦੇ ਆ, ਤਾਂ ਹੌਲੀ ਹੌਲੀ ਸਾਡੇ ਅੰਦਰ ਸਿਸਟਮ ਜਾਂਦਾ। ਤਾਂ ਗੁੱਡ ਪਾਰਟ ਇਜ਼, ਜੋ ਮੈਂ ਤੁਹਾਡੇ ਨਾਲ ਪਹਿਲੇ ਵੀ ਡਿਸਕਸ ਕੀਤਾ ਸੀ ਕਿ 40-60 ਰੇਸ਼ੀਓ ਹੈ। ਸੋ ਥਿਊਰੀ ਇਜ਼ ਜਸਟ 40% ਐਂਡ ਪ੍ਰੈਕਟੀਕਲਸ ਆਰ 60% ਆਫ ਦੀ ਪ੍ਰੋਗਰਾਮ। ਸੋ ਉਹ ਕਾਫੀ ਇੰਪੋਰਟੈਂਟ ਹੈ, ਬੱਚਿਆਂ ਨੂੰ ਸਕਿੱਲਸ ਮਿਲਦੀਆਂ ਹੈ, ਉੱਥੇ ਜਾ ਕੇ ਉਸੇ ਸਕਿੱਲ ਦੇ ਵਿੱਚ ਉਹਨਾਂ ਨੇ ਅੱਗੋਂ ਹਾਇਰ ਐਜੂਕੇਸ਼ਨ ਲੈਣੀ ਹੈ ਜਾਂ ਪਾਰਟ ਟਾਈਮ ਜੌਬ ਕਰਨੀ ਹੈ, ਉਹਦੇ ਵਾਸਤੇ ਉਹਨਾਂ ਲਈ ਸਕਿੱਲਸ ਦੇ ਉੱਤੇ ਕਾਫੀ ਫੋਕਸਡ ਪ੍ਰੋਗਰਾਮ ਹੈਗਾ ਜੀ। ਸੋ ਅਗਰ ਹੁਣ ਇੱਥੇ ਚਲੋ ਪੜ੍ਹਾਈ ਅਸੀਂ ਕਰ ਲਈ ਜੀ, ਪਾਥਵੇ ਪ੍ਰੋਗਰਾਮ ਸਾਨੂੰ ਮਿਲ ਗਿਆ, ਅਸੀਂ ਉੱਥੇ ਪਹੁੰਚ ਵੀ ਗਏ, ਰੈਸਟ ਆਫ ਜਿਹੜੇ ਉੱਥੋਂ ਦੇ ਰੂਲਸ ਹੈਗੇ ਨੇ ਕਿ ਉਹ ਸਾਨੂੰ ਮਿਲਣਗੇ ਪੂਰੇ, ਜਦੋਂ ਚਾਹੇ ਉਹ ਕੰਮ ਨੂੰ ਲੈ ਕੇ, ਚਾਹੇ ਉਹ ਪਰਮਨੈਂਟ ਰੈਜ਼ੀਡੈਂਸੀ ਨੂੰ ਲੈ ਕੇ? ਬਿਲਕੁਲ, ਆਫ ਕੋਰਸ ਸਾਰੇ ਰੂਲਸ ਮਿਲਣਗੇ ਜੀ। ਅਸੀਂ ਉਹਨਾਂ ਦੀ ਕੋਈ ਉਹਨਾਂ ਨੂੰ ਉਸ ਕੰਟਰੀ ਤੋਂ, ਉਹਨਾਂ ਦੀ ਐਜੂਕੇਸ਼ਨ ਤੋਂ ਡਿਫਰੈਂਟ ਨਹੀਂ ਕਰ ਰਹੇ, ਰੈਦਰ ਉਹ ਆਪਣੀ ਐਜੂਕੇਸ਼ਨ ਉਸ ਕੰਟਰੀ 'ਚ ਹੀ ਕੰਪਲੀਟ ਕਰ ਰਹੇ ਆ। ਸੋ ਜਦੋਂ ਅਸੀਂ ਕਾਉਂਸਲਿੰਗ ਕਰਦੇ ਹਾਂ, ਐਡਮਿਸ਼ਨ ਕਰਦੇ ਹਾਂ ਬੱਚੇ ਨਾਲ, ਬਿਲਕੁਲ ਇਸ ਚੀਜ਼ ਦੇ ਉੱਤੇ, ਬੀਇੰਗ ਅ ਮਾਈਗ੍ਰੇਸ਼ਨ ਐਕਸਪਰਟ, ਅਸੀਂ ਇਸ ਚੀਜ਼ ਦਾ ਬੜਾ ਧਿਆਨ ਰੱਖਦੇ ਹਾਂ ਕਿ ਉਸ ਨੂੰ ਜਿਹੜੇ ਪੋਸਟ ਸਟੱਡੀ ਵਰਕ ਦਾ ਜਿਹੜਾ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਹੈ, ਉਹ ਬਿਲਕੁਲ ਪੂਰੀ ਕੀਤੀ ਜਾਵੇ, ਉਹਦੇ ਵਿੱਚ ਕੋਈ ਵੀ ਕੰਪਰੋਮਾਈਜ਼ ਨਹੀਂ ਹੈਗਾ। ਸੋ ਉਹਨਾਂ ਪਾਲਿਸੀਜ਼ ਨੂੰ ਲੈ ਕੇ ਹੀ ਕਰੀਅਰ ਪਾਥ ਬਣਾਇਆ ਜਾਂਦਾ ਹੈ ਸਟੂਡੈਂਟ ਦਾ ਐਜੂਕੇਸ਼ਨ ਦਾ ਜੀ। ਸੋ ਸਟੂਡੈਂਟਸ ਦਾ ਐਕਸਪੀਰੀਅੰਸ ਕੀ ਕਹਿੰਦਾ ਹੈਗਾ, ਜਿੱਦਾਂ ਹੁਣ ਸਟੂਡੈਂਟਸ ਤੁਹਾਡੇ ਥਰੂ ਵੀ ਗਏ ਹੈਗੇ ਨੇ, ਉਹਨਾਂ ਦਾ ਐਕਸਪੀਰੀਅੰਸ ਕੀ ਕਹਿ ਰਿਹਾ? ਡੂ ਦੇ ਲਾਈਕ ਵੈਲ? ਸਟੂਡੈਂਟਸ ਆਰ ਵੈਰੀ ਹੈਪੀ ਜੀ। ਮੈਂ ਆਪਣੀ ਗੱਲ ਤਾਂ ਕਹਿ ਹੀ ਰਿਹਾ, ਬਟ ਮੈਂ ਸਭ ਨੂੰ ਇਹ ਵੀ ਕਹੂੰਗਾ, ਤੁਸੀਂ ਪੀਅਰਸਨ BTC ਦੀ ਸਾਈਟ ਤੇ ਜਾਓ, ਵੈਬਸਾਈਟਸ ਤੇ ਜਾਓ, ਤੁਸੀਂ ਉਹਨਾਂ ਦੇ YouTube ਚੈਨਲਸ ਤੇ ਜਾ ਕੇ ਉੱਥੇ ਸਟੂਡੈਂਟਸ ਦੇ ਕ੍ਰੈਡੈਂਸ਼ੀਅਲਸ ਹੈਗੇ ਹੈ, ਤੁਸੀਂ ਉਹਨਾਂ ਚੀਜ਼ਾਂ ਨੂੰ ਵੈਰੀਫਾਈ ਕਰ ਸਕਦੇ ਹੋ। You can feel ki how students are actively participated and made a very good careers. Pearson BTC ਦੀਆਂ ਬਹੁਤ ਸਕਸੈਸ ਸਟੋਰੀਜ਼ ਹੈ ਜੋ ਕਿ ਪੀਅਰਸਨ ਦੀ ਇੰਟਰਨੈਸ਼ਨਲ ਸਾਈਟ ਦੇ ਉੱਤੇ ਹੈਗੀਆਂ। ਸੋ ਸਟੂਡੈਂਟਸ ਕੈਨ ਵੈਰੀ ਵੈਲ ਚੈੱਕ ਇਟ ਆਊਟ ਔਰ ਆਪਣਾ ਉੱਥੇ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਇਟਸ ਮਤਲਬ ਵਨ ਆਫ ਦੀ, ਆਪਣੇ ਲੋਕਾਂ ਨੂੰ ਇੱਥੇ ਪਤਾ ਨਹੀਂ ਹੈ ਜੀ ਇਸ ਪ੍ਰੋਗਰਾਮ ਦਾ, ਅਦਰਵਾਈਜ਼ ਤੁਸੀਂ ਕ੍ਰੈਡੈਂਸ਼ੀਅਲ ਤੇ ਕੁਐਸਚਨ ਨਹੀਂ ਕਰ ਸਕਦੇ ਜੀ। ਸੋ ਕ੍ਰਾਸਲੈਂਡ ਐਜੂਕੇਸ਼ਨ ਚੰਡੀਗੜ੍ਹ ਬੇਸਡ ਇੱਕ ਕੈਰੀਅਰ ਕਾਉਂਸਲਿੰਗ ਕੰਪਨੀ ਹੈਗੀ ਹੈ, ਜਿੱਥੇ ਤਾਂ ਸਾਡੇ ਵਿਦਿਆਰਥੀ ਜਿਹੜੇ ਹੈਗੇ ਨੇ ਇੱਕ ਵਾਰੀ ਵਿਜ਼ਿਟ ਕਰਨਗੇ ਜੀ, ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਜਾਓ ਤਾਂ ਜੋ ਤੁਹਾਡੇ ਕਾਉਂਸਲਿੰਗ ਤੁਹਾਡੀ ਪ੍ਰੋਪਰ ਤਰੀਕੇ ਨਾਲ ਕੀਤੀ ਜਾਏਗੀ ਕਿ ਤੁਹਾਨੂੰ ਕਿਹੜਾ ਕੋਰਸ ਲੈਣਾ ਚਾਹੀਦਾ ਹੈਗਾ। ਸੋ ਤੁਸੀਂ ਆਪਣੀ ਜਿਹੜੀ ਪੜ੍ਹਾਈ ਹੈਗੀ ਹੈ ਫਿਰ ਵਿਦਿਆ ਜੋਤੀ ਕਾਲਜ ਡੇਰਾਬੱਸੀ ਦੇ ਵਿੱਚ ਹੈਗਾ ਜੀ, ਉੱਥੇ ਆਪਣੀ 1 ਸਾਲ ਦੀ ਜਾਂ 2 ਸਾਲ ਦੀ ਜੋ ਵੀ ਤੁਹਾਨੂੰ ਰეკਮੈਂਡ ਕੀਤੀ ਜਾਂਦੀ ਹੈ, ਸੋ ਉਹਨੂੰ ਕੰਪਲੀਟ ਕਰਨ ਤੋਂ ਬਾਅਦ ਜਿਹੜਾ ਤੁਹਾਡਾ ਲਾਸਟ ਸਮੈਸਟਰ ਰਹਿ ਜਾਏਗਾ ਜੀ, ਲਾਸਟ ਈਅਰ ਰਹਿ ਜਾਏਗਾ ਪੜ੍ਹਾਈ ਦਾ, ਉਹ ਤੁਸੀਂ ਕੰਪਲੀਟ ਕਰੋਗੇ। ਜਿਹੜੀ ਵੀ ਤੁਹਾਡੀ ਫੇਵਰੇਟ ਡੈਸਟੀਨੇਸ਼ਨ ਰਹੀ ਹੈਗੀ ਹੈ, ਯਾਨੀ ਵਿਦੇਸ਼ ਜਾਣ ਦਾ ਸੁਪਨਾ ਹੁਣ ਤੁਹਾਡਾ ਇੱਥੇ ਇੰਡੀਆ ਦੇ ਵਿੱਚ ਰਹਿ ਕੇ ਵੀ ਪੂਰਾ ਹੋਏਗਾ, ਤੇ ਉੱਥੇ ਜਾ ਕੇ ਤਾਂ ਚਲੋ ਸਾਡਾ ਪੂਰਾ ਹੁੰਦਾ ਹੀ ਹੁੰਦਾ ਹੈ। ਸੋ ਡਾਕਟਰ DJ ਸਿੰਘ ਅੱਜ ਸਾਡੇ ਨਾਲ ਜੀ ਇੰਟਰਨੈਸ਼ਨਲ ਐਜੂਕੇਸ਼ਨ ਐਕਸਪਰਟ ਹੈਗੇ ਨੇ, ਤੇ ਨਾਲ ਹੀ ਆਸਟ੍ਰੇਲੀਆ ਦੇ ਮਾਈਗ੍ਰੈਂਟ ਆਫਿਸਰ ਵੀ ਤੁਸੀਂ ਹੈਗੇ ਹੋ ਸਰ? ਹਾਂਜੀ, ਮੈਂ ਐਕਸ ਰੈਜ਼ੀਡੈਂਟ ਹਾਂ ਜੀ ਆਸਟ੍ਰੇਲੀਆ ਦਾ। ਜੀ। ਸੋ ਆਸਟ੍ਰੇਲੀਆ ਦੇ ਨਾਲ ਰਿਗਾਰਡਿੰਗ ਵੀ ਅਗਰ ਕੋਈ ਤੁਹਾਡਾ ਸਵਾਲ ਹੈਗਾ ਤਾਂ ਵੀ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਡਿਸਕਸ ਕਰ ਸਕਦੇ ਹੋ, ਬਟ ਫਿਲਹਾਲ ਕਿਉਂਕਿ ਹੁਣ ਅਗਲੇ ਮਹੀਨੇ ਤੁਸੀਂ ਕਹਿ ਰਹੇ ਹੋ ਵੀ ਐਡਮਿਸ਼ਨ ਸਟੂਡੈਂਟਸ ਲੈ ਸਕਦੇ ਨੇ। ਬਿਲਕੁਲ ਜੀ, ਐਡਮਿਸ਼ਨਸ ਆਰ ਆਲਰੇਡੀ ਔਨ, ਆਵਰ ਆਫਿਸਿਸ ਆਰ ਆਲਰੇਡੀ ਓਪਨ, ਸੋ ਸਟੂਡੈਂਟ ਆਪਣੀ ਵਿਜ਼ਿਟ ਕਰ ਸਕਦੇ ਹੈ ਸਾਡੇ ਨਾਲ, ਆਪਣੀਆਂ ਕ੍ਰੈਡੈਂਸ਼ੀਅਲ, ਉਹਨਾਂ ਦਾ ਪ੍ਰੋਫਾਈਲ, ਉਹਨਾਂ ਦੇ ਮਾਰਕਸ, ਉਹਨਾਂ ਦੀ ਇੰਗਲਿਸ਼ ਲੈਵਲ ਕੀ ਹੈਗਾ ਉਹ ਚੈੱਕ ਕਰਕੇ ਅਸੀਂ ਉਹਨਾਂ ਦਾ ਨਾਲ, ਉਹਨਾਂ ਦੇ ਜਿਹੜੇ ਵੀ ਕੋਰਸ ਕਰਨਾ ਚਾਹੁੰਦੇ ਹੈ, ਜਿਸ ਫੀਲਡ ਵਿੱਚ ਵੀ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੈ, ਉਸ ਫੀਲਡ ਦੇ ਵਿੱਚ ਉਹਨਾਂ ਨੂੰ ਕਿਵੇਂ ਅੱਗੇ ਅਸੀਂ ਲੈ ਕੇ ਜਾ ਸਕਦੇ ਹਾਂ, ਕਿ ਕਿਹੜਾ ਕਾਲਜ ਹੈ, ਕਿਹੜੀ ਕੰਟਰੀ ਹੈ ਜੋ ਉਹਨਾਂ ਨੂੰ ਬੈਸਟ ਸੂਟ ਕਰਦੀ ਹੈ, ਜਾਂ ਉਹਨਾਂ ਦਾ ਇੰਟਰਸਟ ਕਿਹੜੇ ਫੀਲਡ 'ਚ ਹੈ, ਕਿਹੜੇ ਕੰਟਰੀ 'ਚ ਹੈ, ਉਹਨਾਂ ਦਾ ਪੂਰਾ ਅਸੀਂ ਪਾਥਵੇ ਬਣਾ ਕੇ ਉਹਨਾਂ ਨੂੰ ਗਾਈਡ ਕਰ ਸਕਦੇ ਹਾਂ, ਔਰ ਸਟੂਡੈਂਟ ਇਮੀਡੀਏਟਲੀ ਜੁਆਇਨ ਕਰ ਸਕਦੇ ਹੈ। ਦੇ ਡੋਂਟ ਹੈਵ ਟੂ ਵੇਟ ਫॉर, ਆਪਾਂ ਜਿਵੇਂ ਅੱਜ ਕੱਲ੍ਹ ਬੱਚਿਆਂ ਦੇ ਵਿੱਚ ਦੇਖ ਰਹੇ ਹਾਂ AIPs ਕਰਕੇ ਜਾਂ ਹੋਰ ਵੀਜ਼ਾ ਪ੍ਰੋਸੈਸ ਕਰਕੇ ਜਾਂ ਟਰੈਵਲ ਕਰਕੇ ਜਾਂ ਆਨਲਾਈਨ ਕਲਾਸਿਸ ਕਰਕੇ ਪਰੇਸ਼ਾਨ ਹੈਗੇ ਹੈ, ਉਹ ਸਾਰੀਆਂ ਪ੍ਰੋਬਲਮਸ ਦੇ ਸੋਲੂਸ਼ਨ ਸਾਡੇ ਕੋਲ ਹੈ। ਗੈਪਸ ਦੇ ਹੈ ਜਾਂ ਰਿਫਿਊਜ਼ਲ ਵੀ ਆਈਆਂ ਹੋਈਆਂ ਬੱਚਿਆਂ ਦੀਆਂ, ਉਹ ਵੀ ਇਸ ਪ੍ਰੋਗਰਾਮ ਨੂੰ ਜੁਆਇਨ ਕਰਕੇ ਕੰਟੀਨਿਊਇੰਗ ਸਟੂਡੈਂਟ ਬਣ ਸਕਦੇ ਆ, ਔਰ ਅਗਲੇ ਸਾਲ ਆਪਣੀ ਐਜੂਕੇਸ਼ਨ ਲੈਣ ਲਈ ਆਪਣੇ ਡ੍ਰੀਮ ਡੈਸਟੀਨੇਸ਼ਨ ਤੇ ਜਾ ਸਕਦੇ ਆ ਜੀ। ਸਰ, ਇੱਕ ਐਜੂਕੇਸ਼ਨ ਕੰਸਲਟੈਂਟ ਹੈਗਾ ਜਾਂ ਇੱਕ ਜਿਹੜਾ ਵੀਜ਼ਾ ਐਡਵਾਈਜ਼ਰ ਹੁੰਦਾ, ਦੋਨਾਂ ਦੇ ਵਿੱਚ ਫਰਕ ਹੈਗਾ? ਬਿਲਕੁਲ ਹੈਗਾ ਜੀ। ਅੱਜ ਕੱਲ੍ਹ ਮੋਸਟਲੀ ਸਾਰੇ ਵੀਜ਼ਾ ਐਡਵਾਈਜ਼ਰ ਜ਼ਿਆਦਾ, ਐਜੂਕੇਸ਼ਨਲ ਕੰਸਲਟੈਂਟ ਘੱਟ ਹੈਗੇ ਹੈ। ਸੋ ਮੋਸਟਲੀ ਲੋਕਾਂ ਨੂੰ ਹੁੰਦਾ ਕਿ ਮੇਰਾ ਵੀਜ਼ਾ ਲੱਗ ਜੇ, ਉਹ ਆਪਣੇ ਵੀਜ਼ਾ ਦੇ ਨਾਲ ਆਪਣੀ ਐਜੂਕੇਸ਼ਨ ਨੂੰ ਘੱਟ ਪ੍ਰਾਇੋਰਟੀ ਦਿੰਦੇ ਹੈ, ਐਜੂਕੇਸ਼ਨ ਨੂੰ ਪਿੱਛੇ ਰੱਖਦੇ ਹੈ, ਜਦ ਕਿ ਹੋਣਾ ਉਲਟਾ ਚਾਹੀਦਾ ਹੈ। ਓਵਰ ਦੀ ਈਅਰਸ ਸਾਡੇ ਔਰ ਦੂਜੇ ਕੰਟਰੀਜ਼ ਦੇ ਬੱਚਿਆਂ ਦੇ ਵਿੱਚ ਇਹ ਥੋੜਾ ਜਿਹਾ ਫਰਕ ਹੈ। ਸਾਡੇ ਲੋਕਾਂ ਨੂੰ ਲੱਗਦਾ ਕਿ ਅਸੀਂ ਉੱਥੇ ਵੀਜ਼ਾ ਸਾਨੂੰ ਮਿਲ ਜੇ ਤੇ ਅਸੀਂ ਬਸ ਪਹੁੰਚ ਜਾਈਏ, ਪਹੁੰਚਣ ਨਾਲ ਹੱਲ ਨਹੀਂ ਹੈ, ਉੱਥੇ ਪਹੁੰਚਣ ਨਾਲ ਤੁਹਾਡੀਆਂ ਸਟੈਪ ਸ਼ੁਰੂ ਹੁੰਦਾ ਜ਼ਰੂਰ, ਇਟ ਇਜ਼ ਅ ਫਸਟ ਸਟੈਪ। ਆਈ ਵੁੱਡ ਨਾਟ ਸੇ ਇਟ ਇਜ਼ ਅ ਰੋਂਗ ਅਪਰੋਚ, ਬਟ ਇਟ ਇਜ਼ ਅ ਫਸਟ ਸਟੈਪ। ਬਟ ਅਗਰ ਤੁਹਾਡੇ 'ਚ ਕ੍ਰੈਡੈਂਸ਼ੀਅਲਸ ਹੈ, ਤੁਹਾਡੇ ਸਕਿੱਲ ਹੈਗੀਆਂ, ਤੁਹਾਡੇ 'ਚ ਕੋਈ ਕੈਲੀਬਰ ਹੈਗਾ, ਤੁਹਾਡੇ 'ਚ ਕੋਈ ਕੈਪੇਬਿਲਿਟੀ ਹੈ, ਤਾਂ ਤੁਹਾਡੀ ਲਾਈਫ ਤਾਂ ਅੱਗੇ ਵਧਣੀ ਹੈ। ਹੁਣ ਅਸੀਂ ਉੱਥੇ ਜਾ ਕੇ ਪੜ੍ਹਦੇ ਵੀ ਹਾਂ ਤਾਂ ਉਹ ਸਾਡਾ ਮਕਸਦ ਸਿਰਫ ਐਜੂਕੇਸ਼ਨ, ਵੀਜ਼ਾ ਲੈਣਾ ਨਹੀਂ ਹੈ ਜਾਂ PR ਲੈਣਾ ਨਹੀਂ ਹੋਣਾ ਚਾਹੀਦਾ। ਐਜੂਕੇਸ਼ਨ ਲੈ ਕੇ ਅਸੀਂ ਉਸ ਸੁਸਾਇਟੀ 'ਚ ਰਹਿਣਾ ਹੈ, ਉਸ ਸੁਸਾਇਟੀ 'ਚ
ਅੱਗੋਂ ਆਪਣੇ ਆਪ ਨੂੰ ਸਕਸੈਸਫੁਲ ਵੀ ਬਣਾਉਣਾ ਹੈ, ਨਾ ਕਿ ਇੱਕ ਲੇਬਰਰ ਦੇ ਤੌਰ ਤੇ ਹੀ ਆਪਣੇ ਆਪ ਨੂੰ ਦੇਖੀਏ। ਸੋ ਸਕਸੈਸਫੁਲ ਬਣਾਉਣ ਲਈ ਆਪਣੀ ਐਜੂਕੇਸ਼ਨ ਦੇ ਉੱਤੇ ਸਾਨੂੰ ਜ਼ਰੂਰ ਫੋਕਸ ਦੇਣਾ ਚਾਹੀਦਾ ਹੈ। ਔਰ ਐਂਡ ਜਿਹੜੀ ਪ੍ਰੋਬਲਮਸ ਬੱਚਿਆਂ ਨੂੰ ਉੱਥੇ ਜਾ ਕੇ ਆਉਂਦੀਆਂ ਉਹਨਾਂ ਪ੍ਰੋਬਲਮਸ ਦਾ ਅਸੀਂ ਇੱਥੇ ਇਹ ਪ੍ਰੋਸੈਸ ਦੇ ਵਿੱਚ ਸੋਲੂਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ, ਵੀ ਆਰ ਮੇਕਿੰਗ them ਵੈਲ ਪ੍ਰੀਪੇਅਰਡ ਕਿ ਉੱਥੇ ਜਾ ਕੇ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਸਕਸੈਸ ਕਰਨਾ। ਬਿਲਕੁਲ ਜੀ, ਸ਼ੋਰ। ਸੋ ਜਾਣ ਤੋਂ ਪਹਿਲਾਂ ਕੁਝ ਮੈਸੇਜ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ, ਸਾਡੇ ਵਿਦਿਆਰਥੀਆਂ ਨੂੰ? ਜ਼ਰੂਰ, ਮੇਰੇ ਲਈ ਵੀ ਇੱਕ ਸੁਭਾਗ ਦੀ ਗੱਲ ਹੈ ਤੁਹਾਡੇ ਸ਼ੋਅ ਦੇ ਉੱਤੇ ਆ ਕੇ ਇਸ ਡਿਸਕਸ਼ਨ ਕਰਨ ਨੂੰ, ਐਂਡ ਆਈ ਐਮ ਹੋਪਫੁਲ ਕਿ ਹੋਰ ਵੀ ਮੌਕੇ ਮਿਲਣਗੇ ਤੁਹਾਡੇ ਇੱਥੇ ਸ਼ੋਅ ਦੇ ਉੱਤੇ ਆ ਕੇ ਡਿਸਕਸ਼ਨਸ ਕਰਨ ਦੇ, ਕਿਉਂਕਿ ਕਰੋਨਾ ਕਰਕੇ ਕਿਤੇ ਨਾ ਕਿਤੇ ਸਿਚੁਏਸ਼ਨ ਬਹੁਤ ਜ਼ਿਆਦਾ ਨਾ ਡਬਲ ਹੋ ਚੁੱਕੀ ਹੈ। ਸਟੂਡੈਂਟਸ ਵੀ ਪਰੇਸ਼ਾਨ ਹੈਗੇ ਨੇ, ਅਪਲਾਈ ਕਰੀਏ ਨਾ ਕਰੀਏ, ਕਦੋਂ ਕਰੀਏ। ਹਾਂਜੀ ਬਿਲਕੁਲ। ਸੋ ਮੇਰੀ ਸਾਰੇ ਸਟੂਡੈਂਟਸ ਨੂੰ ਜੋ ਬਾਹਰ ਜਾ ਕੇ ਆਪਣੀ ਫਿਊਚਰ ਬਣਾਉਣਾ ਚਾਹੁੰਦੇ ਹੈ, ਆਪਣਾ ਕਰੀਅਰ ਬਣਾਉਣਾ ਚਾਹੁੰਦੇ, ਉਹਨਾਂ ਲਈ ਬੈਸਟ ਵਿਸ਼ੇਸ ਹੈਗੀਆਂ। ਸੋ ਐਂਡ ਆਈ ਐਮ ਆਲਸੋ ਵਰੀਡ ਕਿ ਜਿਸ ਤਰ੍ਹਾਂ ਹਾਲਾਤ ਚੱਲ ਰਹੇ ਆ ਉਹਨਾਂ ਹਾਲਾਤਾਂ 'ਚ ਆਪਾਂ ਸੇਫਟੀ ਸਿਕਿਉਰਿਟੀ ਨੂੰ ਕਿਵੇਂ ਆਪਣੀ ਮੇਨਟੇਨ ਕਰੀਏ, ਆਪਣੇ ਆਪ ਨੂੰ ਵੀ ਅਤੇ ਆਪਣੇ ਪਰਿਵਾਰ ਦੇ ਜੀਆਂ ਨੂੰ ਵੀ ਆਪਾਂ ਦੇਖਣਾ ਹੈ, ਬਜ਼ੁਰਗਾਂ ਨੂੰ ਵੀ ਦੇਖਣਾ ਹੈ ਜੋ ਕਿ ਇਸ ਬਿਮਾਰੀ ਦੇ ਜ਼ਿਆਦਾ ਉਹਨਾਂ ਲਈ ਜ਼ਿਆਦਾ ਸਟ੍ਰੈਸ ਹੈਗਾ। ਸੋ ਇਹਨਾਂ ਚੀਜ਼ਾਂ ਨੂੰ ਲੈਂਦੇ ਹੋਏ ਜੀ ਇਸੇ ਚੀਜ਼ ਨੂੰ ਹੀ ਦੇਖਦੇ ਹੋਏ ਕਿ ਹਾਲੇ ਮੈਂ ਇੱਕ ਹੋਰ ਕਵਿਤਾ ਜੀ ਕਹਿਣਾ ਚਾਹਾਂਗਾ, ਬੱਚਿਆਂ ਦੇ ਨਾ ਪੇਰੈਂਟਸ ਉੱਤੇ ਵੀ ਬਹੁਤ ਪ੍ਰੈਸ਼ਰ ਹੈ ਇਸ ਟਾਈਮ, ਇਕੋਨਮੀ ਵੀ ਹਿੱਲੀ ਹੋਈ ਹੈ ਆਪਣੀ। ਸੋ ਉਸ ਤੋਂ ਉੱਤੇ ਹੁਣ ਫਾਰਮਰਸ ਦਾ ਵੀ ਜਿਹੜੇ ਬਿੱਲ ਆ ਰਹੇ ਹੈ ਉਹਦੇ ਤੋਂ ਵੀ ਵਰੀਡ ਹੈਗੇ ਆ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਇਹ ਚਾਹ ਰਹੇ ਹਾਂ ਕਿ ਅਸੀਂ ਬੈਸਟ ਕੁਆਲਿਟੀ ਐਜੂਕੇਸ਼ਨ ਇੰਡੀਆ 'ਚ ਸ਼ੁਰੂ ਕਰੀਏ, ਤਾਂ ਕਿ ਜਿਹੜੀ ਅਨਸਰਟੈਨਟੀ ਹੈ ਉਸ ਅਨਸਰਟੈਨਟੀ ਦੇ ਦੌਰਾਨ ਬੈਸਟ ਚੀਜ਼ਾਂ ਆਪਣੇ ਪਰਿਵਾਰ ਦੇ ਭੈਣਾਂ ਭਰਾਵਾਂ ਨੂੰ, ਬੱਚਿਆਂ ਨੂੰ ਦੇ ਸਕੀਏ ਤੇ ਉਹ ਆਪਣੀ ਕਰੀਅਰ ਬਣਾ ਸਕਣ। ਔਰ ਉਹ ਉਸ ਤੋਂ ਬਾਅਦ ਵੀ ਅਗਰ ਉਹਨਾਂ ਜਦੋਂ ਵੀ ਆਪਣੇ ਡ੍ਰੀਮ ਡੈਸਟੀਨੇਸ਼ਨ 'ਚ ਟਰੈਵਲ ਕਰ ਸਕਦੇ ਆ, ਮੂਵ ਕਰ ਸਕਦੇ ਆ, ਉੱਥੇ ਜਾ ਕੇ ਵੀ ਉਹਨਾਂ ਲਈ ਸੁਖਾਲਾ ਹੋਵੇ ਹਰ ਚੀਜ਼। ਸੋ ਦੈਟ ਇਜ਼ ਆਵਰ ਆਬਜੈਕਟਿਵ ਐਂਡ ਉਹਦੇ ਲਈ ਅਸੀਂ ਇਨਵਾਈਟ ਕਰਾਂਗੇ ਕਿ ਤੁਸੀਂ ਪਲੀਜ਼ ਅਪਾਰਟ ਫਰੋਮ ਵੀਜ਼ਾ ਔਰ ਅਦਰ ਥਿੰਗਸ ਤੁਸੀਂ ਆਪਣੇ ਕਰੀਅਰ ਕਾਉਂਸਲਿੰਗ ਲਈ ਸਾਡੇ ਵਿਜ਼ਿਟ ਆਉਣਾ ਚਾਹੋ ਤਾਂ ਸਾਡੇ ਆਫਿਸ ਆਓ, ਸਾਡੇ ਟੀਮ ਹੈ ਅਵੇਲੇਬਲ ਹੈ, ਐਕਸਪਰਟ ਅਵੇਲੇਬਲ ਹੈ, ਆਈ ਐਮ ਅਵੇਲੇਬਲ ਇਨ ਮਾਈ ਆਫਿਸਿਸ ਟੂ ਆਪਾਂ ਮਿਲ ਕੇ ਸਾਰੇ ਹਰ ਪ੍ਰੋਬਲਮ ਦਾ ਸੋਲੂਸ਼ਨ ਹੁੰਦਾ ਹੈ ਔਰ ਆਪਾਂ ਮਿਲ ਕੇ ਗੱਲ ਕਰਦੇ ਹਾਂ ਓਨੈਸਟਲੀ ਤਾਂ ਸੋਲੂਸ਼ਨ ਕੱਢ ਸਕਦੇ ਹਾਂ। ਜੀ ਜੀ ਐਗਜ਼ੈਕਟਲੀ। ਸੋ ਬਹੁਤ ਬਹੁਤ ਸ਼ੁਕਰੀਆ ਸਰ, ਧੰਨਵਾਦ ਜੀ ਸਮਾਂ ਕੱਢਿਆ ਤੁਸੀਂ। ਬਹੁਤ ਬਹੁਤ ਥੈਂਕ ਯੂ ਜੀ, ਸੋ ਨਾਈਸ ਆਫ ਯੂ ਜੀ। ਸੋ ਇਸੇ ਦੇ ਨਾਲ ਜੀ ਹੁਣ ਮੈਨੂੰ ਵੀ ਦਿਓ ਇਜਾਜ਼ਤ। ਤੇ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਜੀ, ਮੈਂ ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਡਿਸਕਸ ਕਰ ਚੁੱਕੇ ਹਾਂ, ਸਰ ਇੰਟਰਨੈਸ਼ਨਲ ਐਜੂਕੇਸ਼ਨ ਐਕਸਪਰਟ ਆ ਸਾਡੇ ਨਾਲ ਜੁੜੇ ਹੈਗੇ ਨੇ। ਸੋ ਆਪਣਾ ਇੱਕ ਚੰਗਾ ਕਰੀਅਰ ਬਣਾਉਣ ਦੇ ਵਾਸਤੇ ਜੀ ਤੁਸੀਂ ਇਹਨਾਂ ਦੀ ਸਲਾਹ ਜਿਹੜੀ ਹੈਗੀ ਹੈ ਜ਼ਰੂਰ ਲਓ ਤੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਜਿਹੜਾ ਹੈਗਾ ਹੁਣ ਜ਼ਰੂਰ ਪੂਰਾ ਕਰ ਸਕਦੇ ਹੋ। ਧੰਨਵਾਦ।